ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਬਾਹਰ ਚਟਵੀਆਂ ਮਨੋ ਕਸੁੱਧੋ ਕਾਲੀਆਂ। ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਨਾਲ ਖਸਮੇ ਰਤੀਆਂ ਮਾਣੇ ਸੁਖ ਰਲੀਆਂ। ਹੋਂਦੇ ਤਾਣ ਤਾਣੀਆਂ ਰਹੇ ਨਿਮਾਣੀਆਂ। ਨਾਨਕ ਜਨਮ ਸਕਾਰਥਾ ਜੇ ਤਿਨ ਕੇ ਸੰਗ ਮਿਲਾ। ਨਾਨਕ ਆਇਆ ਸੋ ਪਰਵਾਨ ਹੈ ਜਿਤ ਹਰ ਬੁੱਠਾ ਚਿੱਤ। ਗੱਲਾਂ ਅਲਪ ਲਾਲੀਆਂ ਕੰਮ ਨ ਆਵੇ ਮਿੱਤ। ਬਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ। ਧੰਨ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾਂ। ਕਰ ਚੌਪ ਦੇ ਦੁੱਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਰੂੜੋ ਮਨ ਹਰ ਰੰਗ ਲੋੜੇ ਗੱਲੀ ਹਰ ਨੀ ਨਾ ਹੋਏ ਰਹਾਓ। ਹਉ ਡੰਡੇ ਦੀ ਦਰਸ਼ਨ ਕਾਰਨ ਬੀਥੀ ਬੀਥੀ ਵੇਖਾਂ। ਗੁਰ ਮਿਲ ਭਰਮ ਗਵਾਇਆ ਹੈ ਇਹ ਬੁੱਧ। ਮੈਂ ਸਤਿਗੁਰ ਕੀਨੋ ਲੇਖ ਲਿਖਿਆ ਤੁਰ ਮਾਥੇ ਕੰਨੋ। ਸਤਿਗੁਰ ਕੰਨੋ ਲੇਖ ਲਿਖਿਆ ਤੁਰ ਮਾਥੇ। ਜਨ ਨਾਨਕ ਹਰ ਨੈਣ ਆਲੋਏ। ਬੜਾ ਤੇਰਾ ਦਰਬਾਰ ਸੱਚਾ ਤੁਧ ਤਖਤ। ਸਿਰ ਸ਼ਾਹਾਂ ਪਾਤਸ਼ਾਹ ਨਿਸ਼ਚਲ ਚੌਰ ਛੱਤ ਦੇ ਸੱਚੇ ਪਾਤਸ਼ਾਹ। ਸ਼ਬਦ ਗੁਰੂ ਸਦੀਮੀ ਗੁਰੂ ਆਦ ਜਗਾਦ ਗੁਰੂ ਸਰਬ ਗਿਆਤਾ ਗੁਰੂ। ਦਸੇ ਪਾਤਸ਼ਾਹੀਆਂ ਧੰਨ 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 ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹਦੀ ਪਾਵਨ ਪਵਿੱਤਰ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਜ਼ਰ ਜੀਵ ਤੇ। ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਤੇ ਸਾਰੀ ਸੰਗਤ ਦਿਓ ਆਸ਼ੀਰਵਾਦ। ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਮਿਲਾਓ ਪਿਆਰ ਨਾਲ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚ ਤੇ ਝੂਠ ਦਾ ਤਮਾਸ਼ਾ ਹੈ ਵਾਹਿਗੁਰੂ ਦਾ। ਸੱਚ ਜਿਹੜਾ ਹੈ ਉਹ ਦ੍ਰਿਸ਼ਟਾ ਬਣਾਇਆ ਸੱਚੇ ਨੇ ਆ, ਪਰ ਦੂਜੀ ਸਾਈਡ ਬਣਾਈ ਹੈ ਕੂੜ ਦੀ। ਤੇ ਸਾਰਾ ਤਮਾਸ਼ਾ ਆਪ ਦੇ ਸ਼ਬਦ ਨਾਲ ਬਣਾਇਆ ਹੈ। ਸ਼ਬਦ, ਹੁਕਮ, ਨਾਮ, ਇਹ ਤਿੰਨੇ ਇੱਕੋ ਗੱਲਾਂ ਨੇ। ਗੁਰਬਾਣੀ ਰਾਹੀਂ ਸਾਨੂੰ ਭਰਮ ਦੂਰ ਹੋ ਜਾਣ। ਵਾਹਿਗੁਰੂ ਦਾ ਹੁਕਮ ਸ਼ਬਦ ਰਾਹੀਂ ਵਰਤ ਰਿਹਾ ਹੈ, ਨਾਮ ਰਾਹੀਂ ਵਰਤ ਰਿਹਾ ਹੈ। ਅਸੀਂ ਉਸ ਸ਼ਬਦ ਦੇ ਹੀ ਬਣਾਏ ਹੋਏ ਹਾਂ, ਤੇ ਸਾਨੂੰ ਵੀ ਇੱਕ ਸੱਚਾ ਸਰੀਰ ਹੈ, ਇੱਕ ਬਾਹਰਲਾ ਕੂੜਾ ਸਰੀਰ ਹੈ। ਉਸੇ ਤਰ੍ਹਾਂ ਹੀ ਸੱਚੇ ਸਰੀਰ ਦੀ ਸੱਚੀ ਬਾਣੀਆਂ, ਬੋਲ ਨੇ, ਬਚਨ ਨੇ, ਇੱਕੋ ਹੀ ਗੱਲ ਆ। ਇਹ ਸਾਰੀਆਂ ਗੱਲਾਂ ਇੱਕੋ। ਉਵੇਂ ਹੀ ਬਰਾਬਰ ਤੇ ਕੂੜ ਦੇ ਬੋਲ ਨੇ, ਕੂੜ ਦੇ ਬਚਨ ਨੇ, ਕੂੜ ਦੀ ਬੋਲੀ ਆ। ਸੱਚ ਦਾ ਪੁੱਤਰ ਆਪਣੇ ਆਪ ਨੂੰ ਭਰਮ ਦੇ ਵਿੱਚ, ਭਰਮ ਬਹੁਤ ਵੱਡਾ ਭਰਮ ਹੈ, ਭਰਮ 'ਚ ਹੀ ਸਾਰਾ ਸੰਸਾਰ ਹੈ। ਭਰਮ ਦੇ ਵਿੱਚ ਹੀ ਭੁੱਲ ਜਾਂਦਾ ਹੈ। ਤੇ ਭਰਮ ਜਿਹੜਾ ਹੈ ਉਹ ਕੂੜ ਦਾ ਹੈ। ਇਹ ਨਹੀਂ ਵੀ ਭਰਮ ਆਪਾਂ ਸਮਝਣਾ। ਭਰਮ ਜੇ ਦੀ ਸਾਰੀ ਵਿਚਾਰ ਸਮਝ ਆ ਗਈ ਤਾਂ ਸਾਨੂੰ ਸੱਚ ਦੀ ਸਮਝ ਆ ਜੂਗੀ। ਭਰਮ ਹੀ ਦੂਰ ਕਰਨਾ ਹੈ, ਕੂੜ ਦੀ ਪਾਲ ਹੀ ਤੋੜਨੀ ਹੈ। ਕੂੜ ਹੀ ਭਰਮ ਹੈ। ਕੂੜ ਦੇ ਜਿਹੜਾ ਭਰਮ ਹੈ ਉਹਦੇ ਨਾਲ ਆਪਣੇ ਦੋਵੇਂ ਸਰੀਰ ਦੋਵੇਂ ਜੁੜੇ ਹੋਏ ਆ। ਨਾਲ ਭਰਮ ਦਾ ਸਰੀਰ ਹੈ, ਅੰਦਰ ਸੱਚਾ ਧਰਮ ਦਾ ਸਰੀਰ ਹੈ। ਜਿੰਨਾ ਚਿਰ ਦੋਹਾਂ ਦਾ ਡਿਫਰੈਂਸ ਨਹੀਂ ਪਤਾ ਲੱਗਦਾ, ਉਹਨਾਂ ਚਿਰ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਲੱਗਣੀ। ਸੱਚੇ ਪਾਤਸ਼ਾਹ ਜੀ ਦੇ ਬਚਨ ਜਿਹੜੇ ਨੇ ਉਹ ਸੱਚੇ ਬਚਨ ਨੇ, ਬੋਲ ਨੇ, ਤੇ ਜਿਨ੍ਹਾਂ ਨਾਲ ਹੁਣ ਪਾਤਸ਼ਾਹ ਜੀ ਦੀ ਸਿਫਤ ਸਲਾਹ ਹੋਈ ਹੈ। ਸਿਫਤ ਸਲਾਹ ਜਿਹੜੀ ਹੈ ਇਹ ਹੁਕਮ ਰਜਾਈ ਚੱਲਣਾ ਹੈ। ਸਿਫਤ ਸਲਾਹ ਤੇਰਾ ਹੁਕਮ ਰਜਾਈ। ਸਾਨੂੰ ਹੁਕਮ ਰਜਾਈ ਕਿਹਾ ਸੀ ਪੁੱਤ ਨੂੰ। ਆਓ ਆਪਾਂ ਵਿਚਾਰ ਜਿਹੜੀ ਸ਼ੁਰੂ ਕਰਨੀ ਹੈ। ਅਸੀਂ ਵਾਹਿਗੁਰੂ ਦੇ ਪੁੱਤ ਹਾਂ, ਪਰੰਤੂ ਵਾਹਿਗੁਰੂ ਨੇ ਕਿਹਾ ਸੀ ਵੀ ਮੇਰੇ ਨਾਲੋਂ ਤੂੰ ਪ੍ਰੇਮ ਨਾ ਤੋੜੀ, ਨਿਉ ਨਾ ਤੋੜੀ, ਨਿਉ ਪ੍ਰੇਮ। ਪਰੰਤੂ ਇੱਥੇ ਆ ਕੇ ਸਾਨੂੰ ਦੂਜੇ ਸਰੀਰ ਨੇ ਆ ਕੇ, ਦੂਜੀ ਦੁਨੀਆ ਨੇ ਆ ਕੇ, ਦੂਜੇ ਭਰਮ ਨੇ ਆ ਕੇ ਸਾਡਾ ਪ੍ਰੇਮ ਤੋੜ ਦਿੱਤਾ। ਤੇ ਸਾਰਾ ਜਿਹੜਾ ਨਿਰਭਰ ਆ ਬੰਦੇ ਦੇ ਬੋਲਾਂ 'ਤੇ ਨਿਰਭਰ ਹੈ। ਇੱਥੇ ਜਿਹੜੀ ਮਾਇਆ ਬਣਾਈ ਹੈ, ਜਿਹੜਾ ਕੂੜ ਬਣਾਇਆ ਹੈ ਤਾਂ ਉਹ ਸੱਚੇ ਦੀ ਬਾਹਰਲੀ ਖੇਲ। ਬਾਹਰਲਾ ਜਿਵੇਂ ਆਪਾਂ ਕੱਪੜਾ ਪਹਿਨ ਦਈਏ ਉਵੇਂ ਹੀ ਉਹਦਾ ਤਾਂ ਇਹ ਉਹਦੇ ਵਾਸਤੇ ਤਾਂ ਮੂਲੀ ਗੱਲ ਹੈ, ਅਣਹੋਂਦ ਹੈ। ਪਰੰਤੂ ਆਪਾਂ ਉਸ ਨੂੰ ਸੱਚ ਮੰਨੀ ਬੈਠੇ ਹਾਂ। ਕੂੜ ਨੂੰ ਸੱਚ ਮੰਨਿਆ ਹੋਇਆ, ਸੱਚ ਨੂੰ ਕੂੜ ਮੰਨਿਆ ਹੋਇਆ। ਆਪਾਂ ਨੂੰ ਪਹਿਲਾਂ ਮਾੜੀ ਜਿਹੀ ਸਮਝ ਲੱਗ ਜਾਏ ਸਾਨੂੰ ਹੁਕਮ ਕੀ ਹੈ। ਸਾਡਾ ਪ੍ਰੇਮ ਤਾਂ ਉਸ ਸ਼ਬਦ ਨਾਲੋਂ ਟੁੱਟ ਗਿਆ। ਸ਼ਬਦ ਨਾਲ ਹੀ ਪ੍ਰੇਮ ਪੈਣਾ ਸੀ, ਸ਼ਬਦ ਨਾਲ ਹੀ ਹੁਣ ਪੈਣਾ ਹੈ। ਮੁੜ ਕੇ ਸ਼ਬਦ ਨਾਲ ਟੁੱਟੇ ਹੋਏ ਆ। ਵਾਹਿਗੁਰੂ ਸ਼ਬਦ ਨਾਲੋਂ, ਹੁਕਮ ਨਾਲੋਂ, ਨਾਮ ਨਾਲੋਂ ਇੱਕੋ ਹੀ ਗੱਲ ਆ। ਮੈਂ ਤੁਹਾਨੂੰ ਫੇਰ ਮੁੜ ਕੇ ਸਮਝਾਉਣੀ ਆ ਗੱਲ ਵੀ ਜਿਹੜਾ ਮੁੜ ਕੇ ਸੱਚੇ ਪਾਤਸ਼ਾਹ ਜੀ ਨੇ ਆਪਣਾ ਤੇ ਕਿਰਪਾ ਕੀਤੀ ਹੈ। ਇਹ ਸਾਨੂੰ ਸ਼ਬਦ, ਹੁਕਮ, ਨਾਮ, ਪ੍ਰੇਮ ਪਦਾਰਥ ਇਹ ਦਿੱਤਾ ਹੈ। ਇਹਦੇ ਨਾਲ ਹੀ ਮੁੜ ਕੇ ਸਾਡਾ ਪ੍ਰੇਮ ਟੁੱਟ ਕੇ, ਇਹਦੇ ਨਾਲੋਂ ਵੀ ਪ੍ਰੇਮ ਟੁੱਟਿਆ ਸੀ ਤੇ ਹੁਣ ਇਹਦੇ ਨਾਲ ਹੀ ਪਾਤਸ਼ਾਹ ਕਿਰਪਾ ਕਰ ਰਹੇ ਨੇ ਜੋੜਨ ਦਾ। ਤੇ ਸਾਡਾ ਇਹਦੇ ਨਾਲ ਪ੍ਰੇਮ ਟੁੱਟ ਕੇ ਦੂਜੀ ਚੀਜ਼ ਨਾਲ ਜੁੜ ਗਿਆ ਜਿਹੜੀ ਕੂੜ ਦੀ ਹੈ। ਕੂੜੇ ਨਿਉ ਲੱਗਾ ਬਿਸਰਿਆ ਕਰਤਾਰ।
ਉਹਦੇ ਨਾਲ ਨਿਉ ਲੈ ਗਿਆ। ਪਾਤਸ਼ਾਹ ਅੱਜ ਵਾਲੇ ਸ਼ਬਦ ਕਹਿੰਦੇ ਆ, ਰੂੜੋ ਸੁੰਦਰ ਮਨਾ, ਆਪਾਂ ਮਾੜੀ ਜੀ ਵਿਚਾਰ ਜੇ ਸ਼ਬਦ ਦੀ ਕਿਹੜੀ ਹੈ ਉਹਦੀ ਕਰ ਲਈਏ, ਫਿਰ ਆਪਾਂ ਖੋਲ੍ਹ ਕੇ ਸ਼ਬਦ ਦੀ ਵਿਚਾਰ ਕਰਦੇ ਹਾਂ। ਪਾਤਸ਼ਾਹ ਜੀ ਦਾ ਹੁਕਮ ਕੀ ਹੈ? ਕਹਿੰਦੇ ਸੁੰਦਰ ਹੈ ਮਨਾ, ਉਹ ਸੁੰਦਰ ਵਾਹਿਗੁਰੂ ਦਾ ਜਿਹੜਾ ਪ੍ਰੇਮ ਹੈ ਉਹ ਲੋੜਦਾ ਨਾ, ਪਰ ਉਹ ਨਾ ਪ੍ਰੇਮ ਜਿਹੜਾ ਹੈ ਨਾ ਉਹ ਗੱਲਾਂ ਨਾਲ ਨਹੀਂ ਹੋਣਾ। ਅੱਜ ਸਾਰੀ ਵਿਚਾਰ ਆਪਣੀ ਗੱਲਾਂ ਦੀ ਹੈ, ਜਿਹੜੀਆਂ ਆਪਾਂ ਸਾਰਾ ਸੰਸਾਰ ਕਰ ਰਿਹਾ ਤੇ ਆਪਾਂ ਵੀ ਕਰੀ ਜਾ ਰਹੇ। ਗੁਰੂ ਪਾਤਸ਼ਾਹ ਦਾ ਹੁਕਮ ਕੀ ਹੈ? ਵੇ ਗੱਲੀ ਹਰ ਨਿਉ ਨਾ ਹੋਏ, ਗੱਲਾਂ ਨਾਲ ਨਿਉ ਨਹੀਂ ਜੋੜਨਾ, ਨਾ ਗੱਲਾਂ ਨਾਲ ਪ੍ਰੇਮ ਪੈਣਾ ਹੈ ਵਾਹਿਗੁਰੂ ਨਾਲ। ਸਾਨੂੰ ਜਿੱਦਣ ਦੇ ਆਏ ਆ, ਜੰਮੇ ਆ, ਸਾਨੂੰ ਕੂੜ ਦੀਆਂ ਹੀ ਗੱਲਾਂ, ਕੂੜ ਦੇ ਹੀ ਬਚਨ, ਕੂੜ ਦੇ ਕਿਉਂ ਇੱਥੇ ਕੂੜ ਦੇ ਨਾਂ ਧਰੇ ਨੇ? ਹਰ ਵਸਤੂ ਦਾ ਨਾਂ ਧਰਿਆ ਹੋਇਆ ਹੈ, ਹਰ ਵਸਤੂ ਦਾ। ਜਿਹੜੀ ਵੀ ਵਸਤੂ ਦੇਖਦੇ ਹੈ ਤਾਂ ਹਰਕਾ ਰੂਪ ਸੀ, ਨਾਂ ਤਾਂ ਕੋਈ ਵੀ ਨਹੀਂ ਸੀ, ਵਾਹਿਗੁਰੂ ਦਾ ਨਾਂ ਹੀ ਸੀ ਸਾਰੇ ਥਾਈਂ, ਸਰਵ ਵਿਆਪਕ ਸੀ ਵਾਹਿਗੁਰੂ। ਪਰੰਤੂ ਸਾਨੂੰ ਸੂਰਜ ਦੀ ਰੋਸ਼ਨੀ ਨਾਲ, ਇੱਕ ਦੀਵੇ ਨਾਲ ਸਾਨੂੰ ਇਹ ਚੀਜ਼ਾਂ ਭਾਂਤ ਭਾਂਤ ਦੀਆਂ ਦਿਸਣ ਲੱਗੀਆਂ, ਜਿਹਨੂੰ ਰੰਗੀ ਰੰਗੀ ਭਾਤੀ ਕਰ ਕਰ ਜੰਸੀ ਮਾਇਆ ਕਹਿੰਦੇ, ਜੋ ਕੱਚੀ ਹੈ, ਕੂੜ ਕੱਚਾ ਹੈ ਤੇ ਵਾਹਿਗੁਰੂ ਸੱਚਾ ਹੈ। ਸੱਚ ਜਿਹੜਾ ਉਹ ਸੱਚੀ ਬਾਣੀ ਹੈ ਉਹਦੀ, ਤੇ ਇੱਧਰ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਇੱਕ ਗੱਲ ਕੀ ਨਿਬੇੜ ਦਿੱਤੀ, ਸਾਰੀ ਕੱਚੀ ਹੈ, ਸਭ ਚੀਜ਼ ਕੱਚੀ ਹੈ ਜਿਹੜੀ ਦਿਸਣ ਵਾਲੀ ਸਣੇ ਆਪਣਾ ਸਰੀਰ ਬਾਹਰਲਾ, ਜੋ ਦਿਸਦੀ ਚੀਜ਼ ਹੈ ਉਹ ਕੱਚੀ ਹੈ, ਤੇ ਉਹ ਕੱਚਾ ਹੀ ਨਾਂ ਉਹਦਾ, ਤੇ ਕੱਚੇ ਹੀ ਉਹਦੇ ਬੋਲ ਨੇ। ਜਿਹੜਾ ਬੋਲਦਾ ਹੈ ਉਹ ਕੱਚੇ ਬੋਲ ਬੋਲਦਾ ਹੈ, ਤੇ ਪੜ੍ਹਾਇਆ ਗਿਆ ਜਨਮ ਤੋਂ ਲੈ ਕੇ ਰੱਬ ਨਾਲ ਸੱਚੇ ਨਾਲੋਂ ਤਾਂ ਟੁੱਟ ਗਏ, ਅੰਦਰਲੇ ਦਾ ਖੇਲ ਆ ਸਾਰਾ। ਤੇ ਉਹ ਸੱਚੇ ਨਾਲੋਂ ਤਾਂ ਸੱਚੀ ਬੋਲੀ ਵੀ ਟੁੱਟ ਗਈ, ਬਚਨ ਵੀ ਟੁੱਟ ਗਏ, ਬੋਲ ਵੀ ਟੁੱਟ ਗਏ, ਤੇ ਕੂੜ ਦੇ ਬੋਲ, ਕੂੜ ਦੇ ਬਚਨ, ਕੂੜ ਦੀਆਂ ਗੱਲਾਂ ਸਾਰਿਆਂ ਨਾਲ ਦੂਏ ਪਾਸੇ ਨਿਉ ਪਿਆ ਹੋਇਆ ਸਾਡਾ ਸਾਰਾ। ਤੇ ਜਦ ਇਹਦੀਆਂ ਗੱਲਾਂ ਕਰਦੇ ਆ, ਇਹਦੀਆਂ ਸਿਫਤ ਸਲਾਹ ਕਰਦੇ ਆ, ਤਾਂ ਕੂੜ ਦੀਆਂ ਤਾਂ ਸਾਡਾ ਕੂੜ ਨਾਲ ਹੀ ਨਿਉ ਪਿਆ। ਹੁਣ ਕੂੜ ਨਾਲੋਂ ਨਿਉ ਤੋੜਨਾ ਹੀ ਬਹੁਤ ਔਖਾ ਹੈ। ਉਹਨੂੰ ਮੋਹ ਕਹਿੰਦੇ ਆ, ਮੋਹ ਵੀ ਕਹਿੰਦੇ ਆ, ਪਿਆਰ ਵੀ ਕਹਿੰਦੇ, ਇੱਕੋ ਹੀ ਗੱਲ ਆ। ਮੋਹ ਤੇ ਪਿਆਰ ਕੋਈ ਗੱਲ ਨਹੀਂ। ਮੋਹ ਤੋੜਨਾ ਪੈਣਾ ਇੱਕ ਚੀਜ਼ ਨਾਲ। ਜੇ ਮੁੜ ਕੇ ਪ੍ਰੇਮ ਕਰਨ ਲੱਗਾ ਤਾਂ ਇਹਦੇ ਨਾਲ ਮੋਹ ਤੋੜਨਾ ਪੈਣਾ ਦੂਜੀ ਚੀਜ਼ ਨਾਲ, ਕੱਚੀ ਨਾਲ। ਹੁਣ ਬਾਦਸ਼ਾਹ ਪਹਿਲਾਂ ਆਪਾਂ ਗੱਲ ਹੀ ਸਮਝ ਲਈਏ, ਕਹਿੰਦੇ ਕੱਚੇ ਸੁਣਦੇ ਕੱਚੇ। ਆਪਾਂ ਸਾਰੀ ਗੁਰਬਾਣੀ ਰਾਹੀਂ, ਕਿਉਂ ਸਾਨੂੰ ਹੁਕਮ ਨੇ। ਇੱਕ ਤਾਂ ਸੱਚੇ ਪਾਤਸ਼ਾਹ ਦਾ ਹੁਕਮ ਹੈ ਬਈ ਇਹ ਤੂੰ ਸ਼ਬਦ ਜਿਹਦੇ ਨਾਲ ਟੁੱਟਿਆ ਹੋਇਆ, ਉਹ ਪਾਤਸ਼ਾਹ ਨੇ ਆਪਣੇ 'ਤੇ ਕਿਰਪਾ ਕਰੀ ਹੈ ਸਾਰਿਆਂ 'ਤੇ। ਨਵੇਂ ਥਾਂ ਤਾਂ ਜਾ ਕੇ ਦੱਸੀਦਾ ਹੈ ਵੀ ਸ਼ਬਦ ਨਾਲ ਜੁੜੋ ਭਾਈ, ਸ਼ਬਦ ਲਵੋ ਗੁਰੂ ਸਾਹਿਬ ਤੋਂ। ਉਹ ਸ਼ਬਦ ਤਾਂ ਸਾਨੂੰ ਮਿਲਿਆ ਹੋਇਆ ਹੈ। ਤੇ ਇੱਕ ਤਾਂ ਉਹ ਸ਼ਬਦ ਨੂੰ ਜਪਣ ਲਈ ਜਿੰਨਾ ਵੀ ਸਾਡਾ ਕੂੜ ਦਾ, ਹੁਣ ਤੱਕ ਅਸੀਂ ਕੂੜ ਦੀਆਂ ਗੱਲਾਂ ਕਰਕੇ ਗਿਆਨ ਪ੍ਰਾਪਤ ਕੀਤਾ ਨਾ, ਅਸੀਂ ਗਿਆਨ ਪ੍ਰਾਪਤ ਕੀਤਾ, ਸਕੂਲਾਂ 'ਚ ਵੀ ਗਿਆਨ ਪ੍ਰਾਪਤ ਕੀਤਾ, ਬਾਹਰੋਂ ਵੀ ਕਰ ਰਹੇ ਹਾਂ, ਪੜ੍ਹ ਵੀ ਕੱਚੀ ਬਾਣੀ ਦੇ, ਸਾਰੇ ਪਾਸੇ ਗਿਆਨ ਹੀ ਗਿਆਨ। ਇਹ ਅਗਿਆਨ ਹੈ, ਇਹ ਗਿਆਨ ਨਹੀਂ ਹੈ, ਇਹ ਗਿਆਨ ਨਹੀਂ ਹੈ, ਅਗਿਆਨ ਹੈ। ਅਗਿਆਨ ਜਦੋਂ ਹੁੰਦਾ ਬੰਦੇ ਨੂੰ ਤਾਂ ਬੰਦਾ ਨਾ ਸਜਾਖੇ ਤੋਂ ਅੰਨਾ ਹੋ ਜਾਂਦਾ ਹੈ, ਅੰਨਾ। ਹੁਣ ਆਪਾਂ ਸਾਰੇ ਅੰਨੇ ਆ, ਸਾਰੇ ਅੰਨੇ ਆ। ਕਿਉਂ? ਨਾਨਕ ਮਨਮੁਖ ਅੰਧ ਪਿਆਰ, ਅੰਨਾ ਪਿਆਰ ਹੈ ਇਹ ਜਿਹੜਾ ਕੂੜ ਨਾ ਲੱਗਣਾ। ਬਾਜ ਗੁਰੂ ਡੁੱਬਾ ਸੰਸਾਰ। ਹੁਣ ਗੁਰੂ ਤੋਂ ਬਗੈਰ ਇਹ ਅੰਨਾਪਣ ਦੂਰ ਨਹੀਂ ਹੋਣਾ, ਨਾ ਅੰਨਾ ਪਿਆਰ ਪਰੇ ਹੋਣਾ ਹੈ। ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਕੀਤਾ ਵੀ ਸੱਚੇ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਤੇ ਉਹਨੂੰ ਜਪਣ ਲਈ ਸਾਰਿਆਂ ਨੂੰ ਔਖਾ ਸੰਸਾਰ ਦੇ ਵਿੱਚੋਂ ਮੁੜ ਕੇ ਗੁਰਮੰਤਰ ਜਪਣਾ ਹੈ। ਸਭ ਤੋਂ
ਐਵੇਂ ਉਹ ਮਾੜੀ ਜੀ ਗੱਲ ਨਹੀਂ, ਆਖਣ ਔਖਾ ਸਾਚਾ ਨਾ। ਜਪ ਕੇ ਤਾਂ ਦੇਖੋ, ਸੁਰਤੀ ਲੱਗਦੀ ਕਿਸੇ ਦੀ, ਜਪ ਹੁੰਦਾ, ਜੁੜਦੇ ਆ, ਤੇ ਉਹਨੂੰ ਧਿਆਨ ਕਹਿੰਦੇ ਆ। ਸੁਰਤ ਨੂੰ ਧਿਆਨ, ਧਿਆਨ ਜੋੜਨਾ ਹੈ। ਧਿਆਨ ਜੋੜੇ ਤੇ ਉਹ ਹੌਲੀ ਹੌਲੀ ਜਿਉਂ-ਜਿਉਂ ਪ੍ਰੇਮ ਸਾਡੇ ਅੰਦਰ ਵੱਧਦਾ ਜਾਊ ਗੁਰੂ ਸਾਹਿਬ ਦਾ, ਤਿਉਂ-ਤਿਉਂ ਸਾਡਾ ਧਿਆਨ ਜੁੜਦਾ ਜਾਊ, ਜਿਉਂ-ਜਿਉਂ ਪ੍ਰੇਮ। ਤੇ ਇਧਰੋਂ ਜਿਉਂ-ਜਿਉਂ ਉਧਰ ਪ੍ਰੇਮ ਵਧੂਗਾ ਤੇ ਇਧਰੋਂ ਘਟੂਗਾ, ਇੱਕ ਪਾਸੇ ਤੋਂ ਘਟਣਾ। ਅੱਗਿਓਂ ਨਾਮ ਜਪਿਆ ਹੁਣ ਵੀ ਸਾਡਾ ਮਾਇਆ ਦੇ ਮੋਹ ਵੱਲੋਂ ਪ੍ਰੇਮ ਘਟ ਜੇ, ਮੋਹ ਘਟ ਜੇ। ਇਸ ਕਰਕੇ ਆ ਸਾਨੂੰ ਪਤਾ ਹੋਣਾ ਚਾਹੀਦਾ। ਤੇ ਦੋ ਚੀਜ਼ਾਂ ਦਾ ਹੁਕਮ ਹੈ, ਇੱਕ ਤਾਂ ਨਾਮ ਜਪਣਾ, ਦੂਜਾ ਸੱਚੇ ਪਾਤਸ਼ਾਹ ਦੇ ਸ਼ਬਦ ਦੀ ਵਿਚਾਰ ਕਰਨੀ। ਦੇਖੋ ਇਹ ਦੋ ਗੱਲਾਂ ਦਾ ਹੁਕਮ ਆ ਬਹੁਤ ਜ਼ਿਆਦਾ ਵੱਡਾ। ਗੁਰੂ ਸਾਹਿਬ ਦੇ ਬਾਣੀ ਗੁਰਬਾਣੀ ਪੜ੍ਹ ਲਿਓ, ਮੈਂ ਹੁਣ ਉਦਾਹਰਨਾਂ ਵੀ ਪਾਤਸ਼ਾਹ ਦੇ ਦੇ ਦੇਣ। ਜਿਹਨੇ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਅਕਾਲ ਪੁਰਖ ਨੂੰ, ਗੁਰੂ ਸਾਹਿਬ ਨੂੰ ਨਹੀਂ ਸਿਮਰਿਆ ਜਾਂ ਨਾਮ ਨਹੀਂ ਜਪਿਆ, ਜਿਹੜਾ ਹੁਣ ਨਾਮ ਜਪਿਆ, ਸ਼ਬਦ ਨਾ ਕੀਤੋ ਵਿਚਾਰ। ਹੁਣ ਸ਼ਬਦ ਹੈ ਸੱਚਾ ਸ਼ਬਦ, ਇੱਕ ਝੂਠਾ ਸ਼ਬਦ ਹੈ, ਇੱਕ ਸੱਚੇ ਸ਼ਬਦ ਦੀ ਵਿਚਾਰ ਕਰਨੀ ਹੈ। ਇਹ ਵਿਚਾਰ ਕਥਾ ਹੈ, ਇਹ ਵਿਚਾਰ ਬਹੁਤ ਜ਼ਰੂਰੀ ਹੈ। ਦੋਵੇਂ ਹੁਕਮ ਨੇ, ਵਾਹਿਗੁਰੂ ਦੇ ਹੁਕਮ ਨਹੀਂ ਮੰਨਾਂਗੇ ਤਾਂ ਆਪਾਂ ਤੱਕ ਮਿਲਣਾ ਹੀ ਨਹੀਂ। ਕਿਉਂ? ਇਹ ਤੋਂ ਬਿਨਾਂ ਸਾਨੂੰ ਬਾਹਰਲੇ ਸ਼ਬਦ ਦੀ ਵਿਚਾਰ ਤੋਂ ਬਿਨਾਂ ਸਾਨੂੰ ਅੰਦਰ ਗਿਆਨ ਨਹੀਂ ਹੋਣਾ, ਸਾਨੂੰ ਸਮਝ ਨਹੀਂ ਲੱਗਣੀ। ਅਸੀਂ ਨਾਮ ਨਹੀਂ ਜਪਣਾ, ਸਾਨੂੰ ਕਿਵੇਂ ਪਤਾ ਲੱਗੂ ਬਈ ਹਉਮੈ ਕੀ ਚੀਜ਼ ਆ? ਸਾਨੂੰ ਕਿਵੇਂ ਪਤਾ ਲੱਗੂ ਹੁਕਮ ਕੀ ਚੀਜ਼ ਆ? ਸਾਨੂੰ ਕਿਵੇਂ ਪਤਾ ਲੱਗੂ ਕਾਮ ਕ੍ਰੋਧ ਲੋਭ ਹੰਕਾਰ ਹੋਣੀ ਢਾਹ ਲੈਣਗੇ ਸਾਨੂੰ। ਉਹਨਾਂ ਦੀ ਬਾਬਤ ਸਾਰੀ ਵਿਚਾਰ ਦੱਸੀ ਹੋਈ ਆ ਪਾਤਸ਼ਾਹ, ਸ਼ਬਦ ਦੀ ਵਿਚਾਰ। ਹੁਣ ਅੱਗੇ ਤਾਂ ਗੱਲਾਂ ਕਰਦੇ ਸੀ ਕੂੜੀਆਂ, ਤੇ ਹੁਣ ਸੱਚੀਆਂ ਗੱਲਾਂ ਕਰਨੀਆਂ। ਗੱਲ ਤਾਂ ਉਲਟ ਕਰਨੀ ਹੈ। ਗੱਲ ਸੱਚੇ ਸ਼ਬਦ, ਸੱਚੀਆਂ ਗੱਲਾਂ ਕਿੱਥੋਂ ਮਿਲਣਗੀਆਂ? ਸੱਚੇ ਗੁਰੂ ਤੋਂ, ਹੋਰ ਤਾਂ ਕਿਤੋਂ ਮਿਲਣਗੀਆਂ? ਭਾਈ ਦੇ ਗੁਰ ਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਹੋਣਾ ਹੀ ਨਹੀਂ, ਅਗਿਆਨ ਨਾਸ ਨਹੀਂ ਹੋਣਾ। ਗੁਰੂ ਨੇ ਗਿਆਨ ਬਖਸ਼ਣਾ। ਪੁੱਛੋ ਨਰਦ ਨਾਰਦ ਬਰਮੈ ਵੇਦ ਵਿਆਸਾ ਕੋਏ, ਉਹਨਾਂ ਨੂੰ ਪੁੱਛ ਕੇ ਦੇਖ ਲਾ, ਕਹਿੰਦੇ ਉਹ ਦੇਵੀ ਦੇਵਤਿਆਂ ਨੂੰ। ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਆ ਗੁਰੂ ਸਾਹਿਬ ਨੇ ਸਾਨੂੰ ਜਿੰਨੀ ਕੁ ਸਮਝ ਬਖਸ਼ੀ ਹੋਈ ਆ, ਸੋਝੀ ਬਖਸ਼ੀ ਹੈ, ਇਹ ਗੁਰੂ ਸਾਹਿਬ ਨੇ ਬਖਸ਼ੀ ਆ। ਤਾਂ ਸਾਨੂੰ ਪਤਾ ਲੱਗਦਾ ਵੀ ਸੱਚ ਕੀ ਹੈ, ਝੂਠ ਕੀ ਹੈ। ਸਾਰੀ ਸਾਡੇ ਅੰਦਰ ਵਿਵੇਕ ਬੁੱਧੀ ਪੈਦਾ ਹੋ ਰਹੀ ਹੈ। ਵਿਵੇਕ ਬੁੱਧੀ ਜਿਹੜੀ ਸੱਚ ਦੀ ਬੁੱਧੀ ਹੈ, ਜਿਹੜੀ ਸੂਖਸ਼ਮ ਬੁੱਧੀ ਹੈ, ਜਿਹੜੀ ਅਗਲੀ ਦੁਨੀਆ ਦੀ ਬੁੱਧੀ ਹੈ, ਉਹਨੂੰ ਵਿਵੇਕ ਬੁੱਧੀ ਕਹਿੰਦੇ ਆ। ਨਹੀਂ ਤਾਂ ਅਹੰਗ ਬੁੱਧੀ ਆ ਸਾਡੇ ਅੰਦਰ, ਸਾਰਿਆਂ ਦੇ ਮੈਂ ਵਾਲੀ ਬੁੱਧੀ ਹੈ। ਮੈਂ ਬੁੱਧੀ ਵਾਲੀ ਉਹ ਸਭ ਬਦਲਣੀ ਹੈ, ਸਭ ਕੁਝ ਬਦਲਣਾ ਹੈ, ਸਭ ਕੁਝ ਅੰਦਰਲਾ ਚੇਂਜ ਹੋਣਾ ਹੈ, ਤਾਂ ਰੱਬ ਨਾਲ ਪ੍ਰੇਮ ਪੈਣਾ ਹੈ। ਤੇ ਨਹੀਂ, ਹੁਣ ਸਾਰਾ ਕੁਝ ਉਲਟ ਹੋਇਆ ਹੈ, ਸਾਰਾ ਕੁਝ ਉਲਟ ਹੋਇਆ। ਮਤ ਵੀ, ਮਨ ਵੀ, ਬੁੱਧ ਵੀ, ਸੁੱਧ ਵੀ, ਸਿੱਧ ਵੀ, ਸਾਰਾ ਕੁਝ ਹੀ ਉਲਟ ਹੋ ਗਿਆ ਸਾਡਾ। ਜਿਨੀ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਆ ਦੇਖੋ ਕੀ ਕਹਿੰਦੇ ਪਾਤਸ਼ਾਹ, ਤੇ ਉਹ ਮਾਨਸ ਜੂ ਨਾ ਆਖੀਆਂ, ਪਸ਼ੂ ਟੋਰ ਲਓ, ਉਹਨੂੰ ਮਨੁੱਖ ਹੀ ਨਹੀਂ ਗਿਣਦੇ। ਮਹਾਰਾਜ ਕਹਿੰਦੇ ਜਿਹੜੇ ਸ਼ਬਦ ਦੀ ਵਿਚਾਰ ਨਹੀਂ ਸੁਣਦਾ, ਨਾ ਕਰਦਾ, ਨਾ ਨਾਮ ਜਪਦਾ ਹੈ, ਉਹ ਤਾਂ ਮਨੁੱਖ ਹੀ ਨਹੀਂ ਹੈ, ਪਸ਼ੂ ਹੈ। ਆਹ ਪਾਤਸ਼ਾਹ ਕਹਿੰਦੇ ਆ ਸਤਿਗੁਰ ਜੀ ਨਹੀਂ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ। ਫੇਰ ਦੇਖੋ ਹੋਰ ਹੁਕਮ, ਫੇਰ ਗੱਲਾਂ ਹੋਰ। ਸਤਿਗੁਰੂ ਨੂੰ ਕਦੇ ਨਾ ਸਿਮਰਿਆ, ਸਤਿਗੁਰੂ ਦਾ ਨਾਮ ਵਾਹਿਗੁਰੂ ਹੈ, ਤੇ ਸ਼ਬਦ ਦੀ ਵਿਚਾਰ ਨਹੀਂ ਕੀਤੀ, ਗੁਰਬਾਣੀ ਦੀ ਵਿਚਾਰ ਨਹੀਂ ਕੀਤੀ, ਤੇ ਉਹਨੂੰ ਕੀ ਫੇਰ ਪਾਤਸ਼ਾਹ ਕਹਿੰਦੇ ਅੰਤਰ ਗਿਆਨ ਨਾ ਆਇਓ। ਕਦੇ ਵੀ ਗਿਆਨ ਨਹੀਂ ਆਉਣਾ। ਮ੍ਰਿਤਕ ਹੈ ਸੰਸਾਰ, ਮਰਿਆ ਹੋਇਆ ਹੈ, ਮਰਿਆ ਹੋਇਆ ਤੁਰਿਆ ਫਿਰਦਾ ਬੰਦਾ ਉਹ, ਜਿਹੜਾ ਨਾ ਕਥਾ ਵਿਚਾਰ ਸੁਣਦਾ ਹੈ ਤੇ ਨਾ ਨਾਮ ਜਪਦਾ ਹੈ। ਦੋਵੇਂ ਹੁਕਮ ਨੇ। ਗਿਆਨ ਬਿਨਾ ਧਿਆਨ ਨਹੀਂ ਜੁੜਨਾ। ਪਰੰਤੂ ਇਹ ਠੀਕ ਹੈ, ਪਹਿਲਾਂ ਗਿਆਨ ਪਾਤਸ਼ਾਹ ਨੇ ਦੇਣਾ ਹੈ, ਪਰੰਤੂ ਹੌਲੀ ਹੌਲੀ ਧਿਆਨ ਜੋੜ ਕੇ ਧਿਆਨ ਦੇ ਵਿੱਚੋਂ ਗਿਆਨ ਨਿਕਲਣਾ ਹੈ। ਉਹ ਗਿਆਨ ਅਸਲੀ ਹੈ। ਇਹ ਗਿਆਨ ਅੱਖਰੀ ਹੈ। ਅੱਖਰੇ ਗਿਆਨ ਬਿਨਾਂ ਸਾਨੂੰ ਸਮਝ ਨਹੀਂ ਲੱਗਣੀ। ਕਿਉਂ? ਅਸੀਂ ਦੁਨਿਆਵੀ ਵਿੱਦਿਆ ਅੱਖਰੀ ਗਿਆਨਾਂ ਨੇ ਪੜ੍ਹੀ ਹੈ, ਔਰ ਗਿਆਨ ਵੀ ਅਸੀਂ ਅੱਖਰਾਂ ਗਿਆਨਾਂ ਨੇ ਸਿੱਖਿਆ ਸਭ ਕੁਛ। ਤੇ ਪਾਤਸ਼ਾਹ ਨੇ ਧੁਰੋਂ ਲਿਆ ਕੇ ਸਾਨੂੰ ਬਖਸ਼ ਦਿੱਤਾ ਸੱਚੇ ਸ਼ਬਦ ਦਾ। ਆਓ ਹੁਣ ਆਪਣੀ ਇਹ ਵਿਚਾਰ ਜਿਹੜੀ ਆਪਣੀ ਗੱਲਾਂ ਵਾਲੀ ਆ, ਹੁਣ ਗੱਲਾਂ ਜਿਹੜੀਆਂ ਨੇ ਉਹ ਸੋਚਣੀਆਂ ਨੇ। ਸਤਿਗੁਰੂ ਬਿਨਾਂ ਉਹ ਕੱਚੀ ਆ ਬਾਣੀ।
ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ। ਇਹ ਪੜ੍ਹੀ ਨਹੀਂ ਜਾਣਾ ਆਨੰਦ ਸਾਹਿਬ ਕੇਵਲ। ਹਰੇਕ ਹੁਕਮ ਸਮਝਣਾ ਤੇ ਉਹਦੇ ਤੇ ਤੁਰਨਾ ਹੈ। ਆਹ ਹੁਕਮ ਕੱਲੀ ਪੜ੍ਹਨ ਸੁਣਨ ਦੀ ਗੱਲ ਨਹੀਂ ਹੈ। ਕੱਲੀ ਕਹਿੰਦੇ ਕੱਚੇ, ਹੁਣ ਜਿਹੜਾ ਬੋਲਦੇ ਆ ਬਸਰ ਤਾਂ ਕੱਚੇ ਬੋਲਦੇ, ਸੁਣਦੇ ਕੱਚੇ। ਜਿਹੜੀ ਕੱਚੀ ਬਾਣੀ ਵੀ ਕੋਈ ਧਾਰਨਾ ਵੀ ਲਾਉਂਦਾ ਹੈ ਨਾ ਕੱਚੀ ਬਾਣੀ ਦੀ, ਉਹ ਵੀ ਗਲਤ ਹੈ। ਉਹ ਵੀ ਕੱਚਿਆਂ ਨਾਲ ਹੀ ਜੋੜਦਾ ਹੈ। ਕੱਚੀ ਆਖ ਕਹਾਣੀ ਆ ਦੇਖੋ ਕੀ ਕਹਿੰਦੇ ਆ ਮਹਾਰਾਜ, ਕੱਚਾ ਹੀ ਬੋਲਦਾ, ਉਹ ਸੱਚਾ ਤਾਂ ਬੋਲਦਾ ਹੀ ਨਹੀਂ। ਦੂਏ ਪਾਸੇ ਸੱਚਾ ਹੈ, ਇੱਕ ਪਾਸੇ ਕੱਚਾ ਹੈ। ਕੱਚੀ ਹੀ ਬਾਣੀ ਆਪਾਂ ਜਨਮ ਤੋਂ ਲੈ ਕੇ ਸਿੱਖੀ ਹੈ। ਕੱਚੀ ਆਖ ਬਾਣੀ ਹਰਾ ਨਿਤ ਕਰੇ ਰਸਨਾ, ਉੱਤੋਂ ਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਕਹਿਆ ਕੁਛੂ ਨਾ ਜਾਣੀ। ਜਿਹੜੇ ਸਤਿਗੁਰ ਕਹਿੰਦੇ ਨੇ ਉਹ ਹੁਕਮ ਹੀ ਨਹੀਂ ਮੰਨਦਾ, ਉਹ ਪਤਾ ਹੀ ਨਹੀਂ। ਚਿੱਤ ਜਿਨ੍ਹਾਂ ਕਾ ਹਿਰ ਲਿਆ ਮਾਇਆ ਨੇ, ਮਾਇਆ ਬੋਲਣ ਪੈ ਰਵਾਣੀ। ਸਾਰਾ ਦਿਨ ਜਵਾਨ ਬੰਦੀ ਨਹੀਂ ਹੁੰਦੀ ਕੱਚੀ ਬਾਣੀ ਬੋਲਣੋਂ, ਸਾਰਾ ਦਿਨ ਬੋਲੀ ਜਾਂਦੀ ਆ ਜਵਾਨ। ਕਈਆਂ ਦੀ ਤਾਂ ਮੈਂ ਆਦਤ ਦੇਖੀ ਆ, ਤੁਸੀਂ ਗੱਲ ਕਰੋ ਨਾ ਕਰੋ ਪਹਿਲਾਂ ਹੀ ਗੱਲਾਂ ਕਰੀ ਜਾਂਦੇ ਨੇ। ਕਈ ਆਪੇ ਹੀ ਗੱਲਾਂ ਕਰੀ ਜਾਂਦੇ ਆ, ਕਈ ਇੰਨਾ ਬੋਲਦੇ ਨੇ ਕੰਨ ਖਾ ਜਾਂਦੇ ਆ। ਇਹ ਅੱਖੀਂ ਦੇਖੀਆਂ, ਪ੍ਰੈਕਟੀਕਲ ਦੇਖੀ ਜਾਂਦਾ ਮੈਂ। ਪਰੰਤੂ ਉਹ ਸਾਨੂੰ ਹੁਕਮ ਕੀ ਹੈ, ਅਸੀਂ ਨਾਲ ਆਪਣਾ ਵੀ ਸਮਝਣਾ। ਅਸੀਂ ਤਾਂ ਨਹੀਂ ਉਹ ਜਿਹੀ ਰੀਸ ਕਰੀ ਬੈਠੇ, ਅਸੀਂ ਤਾਂ ਨਹੀਂ ਇੰਨੀਆਂ ਗੱਲਾਂ ਕਰੀ ਜਾਂਦੇ। ਜਿਹੜਾ ਗੱਲਾਂ ਕਰਦਾ ਹੈ ਉਹਦਾ ਕੱਖ ਨਹੀਂ ਬਣਨਾ, ਕੱਖ ਨਹੀਂ ਬਣਨਾ, ਕੋਈ ਪ੍ਰੇਮ ਨਹੀਂ ਹੈ ਉਹਦਾ। ਉਹ ਮਾਇਆ ਦੀਆਂ ਗੱਲਾਂ ਕਰੀ ਜਾਂਦਾ, ਸਾਰੀ ਮਾਇਆ ਦੀਆਂ। ਸਾਰਾ ਦਿਨ ਚੁੱਪ ਰਹਿ। ਮਹਾਰਾਜ ਨੇ ਹੁਕਮ ਕੀ ਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖ ਮਾਰ ਚੱਲਣਾ। ਆ ਦੇਖੋ ਕੀ ਕਹਿੰਦੇ ਆ, ਬਿਖ ਮਾਰਗ ਚੱਲਣਾ। ਬੜਾ ਕਿਉਂ ਸੂਖਸ਼ਮ ਮਾਰਗ ਦਿਸਦਾ ਹੈ ਨਹੀਂ ਗਾ। ਤੇ ਇਹ ਰਸਤੇ 'ਤੇ ਕਿਤੇ ਕੋਈ ਬਿਰਲਾ ਤੂੰ ਲਾਭ ਲੋਭ ਹੰਕਾਰ ਧਜ ਤ੍ਰਿਸ਼ਨਾ, ਚਾਰ ਚੀਜ਼ਾਂ ਛੱਡਣੀਆਂ ਨੇ ਆ। ਬਹੁਤ ਨਹੀਂ ਬੋਲਣਾ, ਇਹ ਤੇ ਹੁਕਮ ਹੈ ਆਪਣਾ ਚੱਲਦਾ, ਆਪਾਂ ਕਰਦੇ। ਅਸੀਂ ਹਰ ਵਕਤ ਗੱਲਾਂ ਗੱਲਾਂ ਗੱਲਾਂ, ਮੈਂ ਗੁਣ ਗੱਲਾਂ ਸਿਰ ਭਾਰ ਹੀ ਚੱਕੀ ਫਿਰਦੇ ਗੱਲਾਂ ਦਾ। ਗੱਲੀ ਗੱਲਾਂ ਸਿਰਜਣਹਾਰ। ਜੇ ਰੱਬ ਦੀਆਂ ਵੀ ਗੱਲਾਂ ਕਰਨੀਆਂ ਤਾਂ ਵੀ ਗੱਲਾਂ ਨਾਲ ਹੀ ਰੱਬ ਮਿਲ ਜੂ, ਗੱਲਾਂ ਨਾਲ ਨਹੀਂ ਰੱਬ ਮਿਲਣਾ। ਇਹੀ ਤਾਂ ਪਾਤਸ਼ਾਹ ਕਹਿੰਦੇ ਆ, ਗੱਲਾਂ ਨਾਲ ਰੱਬ ਨਾਲ ਪਿਆਰ ਨਹੀਂ ਪੈਣਾ ਜੇ ਤੂੰ ਗੱਲਾਂ ਹੀ ਕਰੀ ਜਾਏਗਾ ਸਾਰਾ ਦਿਨ। ਤੇ ਅਸੀਂ ਗੱਲਾਂ ਬਹੁਤ ਕਰਦੇ ਹਾਂ। ਇੱਥੇ ਕਥਨੀ ਹੈ, ਕਥਨੀ ਨਹੀਂ ਲੋੜ, ਕਰਨੀ ਦੀ ਲੋੜ ਆ। ਇੱਥੇ ਅੰਦਰ ਪ੍ਰੈਕਟੀਕਲ ਕਰਨੀ ਦੀ, ਕਥਨੀ ਨਹੀਂ। ਕਥਨੀ ਕਹਿ ਭਰਮ ਨਾ ਜਾਈ, ਜਿਹੜਾ ਭਰਮ ਹੈ ਕਥਨਾ ਨਾਲ ਨਹੀਂ ਹੋਣਾ ਦੂਰ, ਕਰਨੀ ਨਾਲ ਦੂਰ ਹੋਣਾ ਹੈ। ਕਰਨੀ ਨਾਲ ਦੂਰ ਹੋਣਾ ਹੈ। ਨਾ ਨਾ ਭੋਗ ਭੋਗੇ, ਨਾ ਡੀਠਾ ਨਾ ਸੰਭਲਿਆ। ਆ ਦੇਖੋ ਗੱਲਾਂ ਕੀ ਕਰੀ ਜਾਂਦਾ। ਨਾ ਤਾਂ ਵਾਹਿਗੁਰੂ ਨਾਲ ਅੰਦਰੋਂ ਮਿਲਾਪ ਦਾ ਰਸ ਆਇਆ, ਨਾ ਉਹਨੂੰ ਦੇਖਿਆ, ਨਾ ਉਹਨੂੰ ਸਿਮਰਿਆ। ਗੱਲੀ ਹੋ ਸੁਹਾਗਣ ਪੈਣੇ, ਕੰਤ ਨਾ ਕਬੂ ਮਿਲਿਆ। ਰੱਬ ਮਿਲ ਗਿਆ, ਗੱਲਾਂ ਨਾਲ ਸੁਹਾਗਣ ਬਣੀ ਫਿਰਦੀ ਹੈ ਵੀ ਮੈਂ ਪੂਰੀ, ਮੇਰਾ ਤਾਂ ਪਤੀ ਵਰਤਾ, ਮੈਂ ਤਾਂ ਸਤਿਗੁਰ ਮੇਰੇ ਪਰਮੇਸ਼ਰ ਪਤੀ ਵਰਤਾ ਨੇ ਪੂਰੇ ਸੁਹਾਗਣ ਆ। ਮੈਂ ਤਾਂ ਗੁਰਮੁਖ ਹਾਂ ਪੂਰੀ। ਆ ਵੀ ਨਾ ਸਮਝਣੀ ਆ ਗੱਲ, ਗੁਰਮੁਖ ਪੂਰੀਆਂ ਗੱਲਾਂ ਨਾਲ ਸੁਹਾਗਣ ਨਹੀਂ ਬਣ ਹੋਣਾ। ਉਹਨੂੰ ਪਸੰਦ ਆਉਣੀ ਚਾਹੀਦੀ ਆ। ਉਹਨੂੰ ਪਸੰਦ ਕਿਵੇਂ ਹੋਊਗੀ? ਉਹਦੇ ਨਾਲ ਪ੍ਰੇਮ ਪਊਗਾ। ਉਹਦੇ ਨਾਲ ਪ੍ਰੇਮ ਕਿਵੇਂ? ਪ੍ਰੇਮ ਕਰੇਗਾ ਤਾਂ ਉਹ ਉਹਨੂੰ ਪਸੰਦ ਆਉਂਦੀ ਆ। ਉਹ ਸੱਚੇ ਪਾਤਸ਼ਾਹ ਮਿਹਰ ਕਰ, ਗੱਲੀ ਨਹੀਂ ਨਾ ਹੋਏ। ਆ ਦੇਖੋ ਕੀ ਕਹਿੰਦੇ ਆ ਪਾਤਸ਼ਾਹ, ਕਹਿੰਦੇ ਮੈਂ ਨਾ ਹਾਂ ਢਨੇਦੀ ਜਿਹੜੀ ਹੈ ਦਰਸ਼ਨ ਕਾਰਨ। ਹੁਣ ਸਾਰਿਆਂ ਨੂੰ ਆਪਾਂ ਨੂੰ ਲੋੜ ਕੀ ਹੈ? ਰੱਬ ਨਾਲ ਮਿਲਾਪ ਕਰਨ ਦੀ। ਦਰਸ਼ਨ ਦੇ ਵਿਛੜੇ ਹੋਏ ਆ, ਸਾਡਾ ਪ੍ਰੇਮ ਟੁੱਟ ਗਿਆ ਰੱਬ ਨਾਲੋਂ ਪਹਿਲੇ ਦਿਨ ਹੀ। ਹੁਣ ਪ੍ਰੇਮ ਟੁੱਟਿਆ ਹੋਇਆ ਤੇ ਹੁਣ ਸਾਡੀ ਦੂਜੀ ਚੀਜ਼ ਨਾਲ ਪ੍ਰੇਮ ਪਿਆ ਹੋਇਆ। ਦੂਜੀ ਚੀਜ਼ ਨਾਲ ਪ੍ਰੇਮ ਜਿਹੜਾ ਉਹ ਟੁੱਟਦਾ ਨਹੀਂ। ਸਭ ਤੋਂ ਵੱਡਾ ਕਾਰਨ ਹੈ। ਹੋਰ ਕੋਈ ਆ ਨਾਮ ਜਪਣ ਲਈ ਕੋਈ ਨਵਾਂ ਤਾਂ ਨਹੀਂ ਗੱਲ ਹੈ। ਵਾਹਿਗੁਰੂ ਤਾਂ ਬਹੁਤ ਨੇੜੇ ਆ ਤੇ ਪ੍ਰੇਮ ਟੁੱਟਿਆ ਆ। ਹੁਣ ਪ੍ਰੇਮ ਜਿਹੜੀ ਦੂਜੀ ਚੀਜ਼ ਨਾਲੋਂ ਉਹਦੇ ਨਾਲ ਟੁੱਟਦਾ ਨਹੀਂ। ਆਹ ਰੌਲਾ ਹੈ। ਤੇ ਪਾਤਸ਼ਾਹ ਕਹਿੰਦੇ ਆ ਹੁਣ ਸਾਨੂੰ ਸਾਰੇ ਗਿਆਨ ਰਾਹੀਂ ਗੁਰੂ ਦੇ ਉਹ ਸਾਨੂੰ ਇਹੀ ਦੱਸਦੇ ਆ
ਵੀ ਭਾਈ ਜਿਹੜੀ ਚੀਜ਼ ਨਾਲ ਤੂੰ ਪ੍ਰੇਮ ਲਾਈ ਬੈਠਾ ਹੈ ਨਾ, ਇਹਦੇ ਨਾਲੋਂ ਤੋੜ। ਇਹ ਜਿਹੜਾ ਪ੍ਰੇਮ ਝੂਠਾ ਹੈ ਤੇ ਤੈਨੂੰ ਫਸਾ ਦੂ, ਤੂੰ ਫਸ ਗਿਆ। ਤੂੰ ਮੇਰੇ ਨਾਲੋਂ ਜਿਉਂ-ਜਿਉਂ ਝੂਠੇ ਪ੍ਰੇਮ ਦੇ ਵਿੱਚ ਤੂੰ ਗਰਚ ਹੋਏਗਾ, ਜਿਉਂ-ਜਿਉਂ ਵੱਧਦਾ ਜਾਂਦਾ ਆਪਣਾ ਝੂਠਾ ਪ੍ਰੇਮ, ਕਿੰਨਾ ਕੁ ਵਧਿਆ, ਹਰੇਕ ਦਾ ਅਲੱਗ-ਅਲੱਗ ਹੈ, ਕਿੰਨਾ ਕੁ ਮੋਹ ਹੈ ਹਰ ਚੀਜ਼ਾਂ ਨਾਲ, ਪਰਿਵਾਰ ਨਾਲ, ਪੁੱਤਰਾਂ ਧੀਆਂ ਨਾਲ, ਸੰਸਾਰ ਨਾਲ। ਇੱਕ ਨਹੀਂ ਆ ਪ੍ਰੇਮ, ਆ ਸਾਰਾ ਬਾਹਰ ਦਿਸਣ ਵਾਲੇ ਨਾਲ ਜਦੋਂ ਤੋਂ ਜਨਮ ਲੈ ਕੇ ਮੋਹ ਹੀ ਪਾਇਆ ਹੈ ਇੱਧਰ। ਹੁਣ ਇਹ ਸਾਰਾ ਤੋੜਨਾ ਤੇ ਇੱਕ ਦਿਨ ਊਂ ਤੜਵਾ ਦੇਣਾ ਨੇ। ਤੇ ਜਿੰਨਾ ਮੋਹ ਨਾਲ ਪਿਆ, ਜਿੰਨਾ ਪਾ ਲਿਆ, ਜਿੰਨਾ ਓਨੇ ਹੀ ਸਾਡੇ ਸੰਗਲ ਪਏ ਹੋਏ, ਤੇ ਉਹ ਸੰਗਲ ਬੰਨ੍ਹ ਕੇ ਲੈ ਜਾਣਾ ਉਹਨੂੰ ਬੰਦੇ ਨੂੰ। ਉਹ ਗੱਲ ਤਾਂ ਮੋਹ ਦਾ ਹੀ ਵੱਜਿਆ ਜਾਣਾ ਗਾ। ਤੇ ਮੋਹ ਦੇ ਮੋਹ ਕਿਉਂ ਪਿਆ? ਐਵੇਂ ਚੀਜ਼, ਕਿਸੇ ਝੂਠੀ ਚੀਜ਼ ਨਾ ਪਿਆ, ਇਹਨੂੰ ਭਰਮ ਕਹਿੰਦੇ ਆ। ਭਰਮ ਦੇ ਵਿੱਚ ਹੀ, ਮੋਹ ਦੇ ਵਿੱਚ ਹੀ, ਭਰਮ ਦੇ ਮੋਹ ਵਿੱਚ ਹੀ ਸਾਰੀ 84 ਲੱਖ ਜੂਨ ਭੁਗਤਣੀਆਂ ਦੇ। ਅੱਗੇ ਭਰਮ ਮੋਹ 'ਚੋਂ ਹੀ ਆਏ ਆ, ਤੇ ਉਹ ਭਰਮ ਮੋਹ 'ਚ ਹੁਣ ਸਾਨੂੰ ਮਨੁੱਖਾ ਜਨਮ ਦੇ ਦਿੱਤਾ ਵੀ ਆਹ ਨਾਲੇ ਭਰਮ ਦੂਰ ਕਰ ਲਾ, ਨਾਲੇ ਮੋਹ ਦੂਰ ਕਰ ਲੈ। ਇੱਥੋਂ ਉੱਥੇ ਵੀ ਸਾਰੀ 84 ਲੱਖ ਜੂਨ 'ਚ ਵੀ ਮੋਹ ਦੂਰ ਨਹੀਂ ਹੋਣਾ, ਨਾ ਭਰਮ ਦੂਰ ਹੋਣਾ। ਹੁਣ ਸਾਨੂੰ ਮੌਕਾ ਹੈ, ਤੇ ਮੌਕਾ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਸਾਨੂੰ ਸਾਰਾ ਗਿਆਨ ਬਖਸ਼ ਦਿੱਤਾ। ਸਾਨੂੰ ਸ਼ਬਦ ਨਾਲੋਂ ਟੁੱਟੇ ਸੀ, ਸ਼ਬਦ ਨਾਲੋਂ ਟੁੱਟ ਕੇ ਹੀ ਸ਼ਬਦ ਜਿਹੜਾ ਉਹ ਪ੍ਰੇਮ ਹੈ, ਤੇ ਪ੍ਰੇਮ ਸਾਡਾ ਟੁੱਟ ਗਿਆ। ਹੁਣ ਸ਼ਬਦ ਨਾਲ ਹੀ ਮੁੜ ਕੇ ਪ੍ਰੇਮ ਪਊਗਾ, ਤੇ ਮੁੜ ਕੇ ਇੱਧਰੋਂ ਘਟਦਾ ਜਾਊਗਾ, ਉੱਧਰ ਵੱਧਦਾ ਜਾਊਗਾ। ਅੰਦਰੋਂ ਜਿਨਕਾ ਮੋਹ ਟੁੱਟਿਆ ਤਿਨਕਾ ਸ਼ਬਦ ਸੱਚੇ ਸੁਭਾਰਿਆ। ਜਿਉਂ-ਜਿਉਂ ਅੰਦਰੋਂ ਮੋਹ ਟੁੱਟਦਾ ਜਾਊਗਾ, ਸ਼ਬਦ ਨੇ ਸਾਨੂੰ ਮੋਹ ਤੋੜਨਾ। ਤੇ ਮੋਹ ਤੋੜਨਾ ਕੋਈ ਬਿਰਲਾ ਹੈ, ਨਹੀਂ ਮੋਹ ਤੋੜਨਾ ਨਹੀਂ ਕੋਈ ਚਾਹੁੰਦਾ। ਉਹ ਕਹਿੰਦਾ ਨਾ ਸਾਡਾ ਕੀ ਕੰਮ ਆ, ਦੁਬਦਾ 'ਚ ਫਸੇ, ਇੱਧਰੋਂ ਵੀ ਰਹਿ ਜੇ, ਇੱਧਰ ਵੀ ਰਹਿ ਜੇ, ਦੁਨੀਆ ਵੀ ਰਹਿ ਜੇ ਤੇ ਰੱਬ ਵੀ ਰਹਿ ਜੇ। ਪਰੰਤੂ ਨਹੀਂ, ਉੱਤੋਂ ਇੱਥੇ ਤਾਂ ਮਹਿਮਾਨਾਂ ਵਾਂਗੂ, ਪ੍ਰਾਹੁਣਿਆਂ ਵਾਂਗੂ ਰਹਿਣਾ ਹੈ ਆ ਕੇ, ਜਿੱਦਾਂ ਦਾ ਦੁਨੀਆ ਆਇਆ। ਤੇ ਤਾਂ ਮੋਹ ਟੁੱਟਣਾ ਹੈ। ਇੱਥੇ ਰਹਿਣਾ ਤਾਂ ਹੈਗਾ ਅਜੇ, ਪਰੰਤੂ ਪ੍ਰਾਹੁਣਾ ਕਿਵੇਂ ਰਹਿੰਦਾ ਹੁੰਦਾ ਕਿਸੇ ਦੇ ਘਰ? ਉਹਦਾ ਕੋਈ ਚੀਜ਼ ਨਹੀਂ ਹੁੰਦੀ, ਕੋਈ ਚੀਜ਼ ਨਹੀਂ ਹੁੰਦੀ। ਤੇ ਉਹ ਆਇਆ ਹੁੰਦਾ, ਰੋਟੀ ਖਾਧੀ, ਬਸ ਠੀਕ ਹੈ, ਬਿਸਤਰਾ ਲਿਆ ਉਹਦਾ, ਠੀਕ ਹੈ, ਜਿੱਦਣ ਪਤਾ ਜਾਣਿਆ ਮੈਂ ਚਲੇ ਜਾਣਾ, ਇੱਥੋਂ ਤਾਂ ਰਹਿਣਾ ਨਹੀਂ ਹੈ। ਤੇ ਇਹ ਜਿਹਨੂੰ ਯਾਦ ਹੈ ਉਹ ਇੱਥੋਂ ਦੇ ਨਾਲ ਕਿਸੇ ਚੀਜ਼ ਨਾਲ ਮੋਹ ਪਾਉਂਦਾ ਨਹੀਂ ਆ। ਪਰੰਤੂ ਅਸਾਂ ਤਾਂ ਪੈ ਗਿਆ, ਰੌਲਾ ਖਾ ਪਿਆ, ਹੁਣ ਉਹ ਟੁੱਟਦਾ ਨਹੀਂ। ਆ ਸ਼ਬਦ ਕਿਉਂ ਮੁੜ ਮੁੜ ਕੇ ਜਪਣਾ ਹੈ? ਉਹ ਟੁੱਟਦਾ ਨਹੀਂ। ਮੁੜ ਮੁੜ ਕੇ ਯਾਦ ਆਉਂਦੀਆਂ ਚੀਜ਼ਾਂ, ਜੇ ਉਹ ਯਾਦ ਆਉਂਦੀਆਂ ਤਾਂ ਜਦੋਂ ਇੱਧਰੋਂ ਹੋਈਦਾ, ਇੱਧਰ ਰੱਬ ਵੱਲ ਨੂੰ ਕਰੀਦਾ, ਤਾਂ ਇੱਧਰੋਂ ਫਿਰ ਰੋਣ ਆਉਂਦਾ। ਇੱਕ ਵਾਰ ਤਾਂ ਰੋਂਦਾ ਬੰਦਾ ਇੱਧਰੋਂ ਵੀ ਮੈਂ ਇਹਨਾਂ ਚੀਜ਼ਾਂ ਯਾਰ ਮੈਂ ਹੁਣ ਤੱਕ ਐਵੇਂ ਬਣਾਉਂਦਾ ਰਿਹਾ, ਇਹ ਤਾਂ ਮੇਰੀ ਕੋਈ ਵੀ ਚੀਜ਼ ਨਹੀਂ ਹੈ। ਮਤ ਜਾਣੇ ਗੱਲੀ ਸ਼ਹਿ ਪਾਇਆ, ਗੱਲਾਂ ਨਾਲ ਨਹੀਂ ਰੱਬ ਮਿਲਣਾ। ਮਤ ਜਾਣੇ ਮਾਲ ਕੇ ਮਾਣੇ, ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਆ ਦੇਖੋ ਕਿ ਪਾਤਸ਼ਾਹ ਮਨਸਾ ਨੂੰ ਮੁੜ ਮੁੜ ਕੇ ਉਪਦੇਸ਼, ਇਹ ਸਾਰਾ ਜਿੰਨਾ ਧਨ ਮਾਲ ਆ ਇਹਦਾ ਮਾਣ। ਮੈਂ ਇੱਥੇ ਆ ਕੇ ਬੰਦਾ ਨਾ ਆਪਦੀ ਵੱਖਰੀ ਹਸਤੀ ਜਿਹੜੀ ਰੱਬ ਨੂੰ ਟੁੱਟ ਕੇ ਹੋਈ ਆ ਨਾ ਆਪਣੀ ਸਾਰਿਆਂ ਦੀ, ਉਹਨੂੰ ਵਧਾਉਂਦਾ ਹੈ, ਘਟਾਉਂਦਾ ਨਹੀਂ। ਇਹ ਵੀ ਤੁਹਾਨੂੰ ਦੱਸਾਂ ਮੈਂ, ਘਟਾਉਂਦਾ ਨਹੀਂ ਹੈ। ਤੇ ਗੁਰੂ ਸਾਹਿਬ ਦਾ ਰਾਹ ਇਹ ਹੈ, ਬਿਖਮ ਮਾਰ ਚੱਲਣਾ, ਇਹ ਤੇ ਘਟਾਉਣਾ ਹੈ। ਇਹ ਤੇ ਸਾਰਾ ਘਟਾਉਣਾ, ਆਪਦੀ ਵੱਖਰੀ ਹਸਤੀ ਸਵਾ ਮੇਟਣੀ ਆ। ਵੱਖਰੀ ਹਸਤੀ ਮੇਟਾਂਗੇ ਤਾਂ ਰੱਬ ਨਾਲ ਮਿਲਾਂਗੇ। ਜੇ ਅਸੀਂ ਆਪਦੀ ਹਸਤੀ ਬਣ ਕੇ ਤੇ ਦੂਜੀਆਂ ਚੀਜ਼ਾਂ ਹੋਰ ਚੀਜ਼ ਨਾਲ ਪ੍ਰੇਮ ਪਾਈ ਬੈਠੇ, ਜਾਂ ਆਪਦੀ ਵੱਖਰੀ ਹਸਤੀ ਮੰਨ ਕੇ ਅਸੀਂ ਕੋ ਬਣ ਕੇ ਜਾਣਾ ਇੱਥੇ, ਬਸ ਫੇਰ ਗਿਆ ਆ, ਕੱਖ ਨਹੀਂ ਹੈ। ਉਵੇਂ ਉਹਦਾ ਉਵੇਂ ਹੰਕਾਰ ਲੈ ਕੇ ਤੁਰ ਗਿਆ ਨਾਲ। ਮਨ ਦਾ ਮਾਰ, ਰੂਪ ਕੀ ਸ਼ੋਭਾ, ਇਹ ਸਾਰਾ ਵਸਤੂਆਂ ਦੀ ਜਿੰਨਾ ਵੀ ਸੋਹਣਾ ਰੂਪ ਹੈ ਤੇ ਉਹਦੀ ਸ਼ੋਭਾ ਵਿੱਚ ਸਾਰਾ ਗਰਜਿਆ ਪਿਆ, ਸਾਰੇ ਕਾਮ ਕ੍ਰੋਧ ਦੇ ਵਿੱਚ ਸਭ ਜਿੰਨੇ ਵੀ ਸੋਹਣਾ ਰੂਪ ਦੇਖ ਕੇ ਇਹਦੇ ਵਿੱਚ ਜਾਣੂ ਗਵਾਈ ਬੈਠਾ। ਕਹਿੰਦੇ ਗੱਲਾਂ ਨਾਲ ਕਹਿਣਾ ਵੀ ਇਹ ਦੂਰ ਹੋ ਜਾਣਗੀਆਂ, ਗੱਲਾਂ ਨਾਲ ਨਹੀਂ ਮਿਲਣਾ। ਸਾਰੀਆਂ ਗੱਲਾਂ ਦੀ ਗੱਲ ਹੈ। ਤੇ ਅਸੀਂ ਗੱਲਾਂ ਨਾਲ ਕਹਿੰਦੇ ਹਾਂ ਵੀ ਰੱਬ ਮਿਲ ਜੂਗਾ,
ਮਾਰੇ ਕਹਿੰਦੇ ਇਹ ਤਾਂ ਹੁਕਮ ਕਮਾਉਣਾ ਪੈਣਾ, ਹੁਕਮ ਮੰਨਣਾ ਪੈਣਾ, ਕਮਾਉਣਾ ਪੈਣਾ, ਹੁਕਮ ਨੂੰ ਬੁੱਝਣਾ ਪੈਣਾ, ਹੁਕਮ ਦੇ ਅਨੁਸਾਰ ਚੱਲਣਾ ਪੈਣਾ, ਤਾਂ ਤੇਰਾ ਰੱਬ ਨਾਲ ਪ੍ਰੇਮ ਪੈਣਾ, ਤਾਂ ਰੱਬ ਨਾਲ ਤੇਰਾ ਪ੍ਰੇਮ ਪੈਣਾ। ਸਾਰੀਆਂ ਗੱਲਾਂ ਤੈਨੂੰ ਇਹ ਆਪਾਂ ਬਾਰ-ਬਾਰ ਸਾਨੂੰ ਉਦਾਹਰਨਾਂ ਦੇਈ ਜਾਂਦੇ ਨੇ। ਹੁਣ ਆਪਾਂ ਗੱਲਾਂ ਦੀ ਗੱਲ ਕਰਨੀ ਆ, ਪਾਤਸ਼ਾਹ ਕਿੱਥੇ ਤੱਕ ਸਾਨੂੰ ਗੱਲਾਂ ਬਾਬਤ ਸਾਨੂੰ ਉਪਦੇਸ਼ ਦਿੰਦੇ ਆ। ਹੱਕ ਪਰਾਇਆ ਨਾਨਕ ਉਸ ਸੂਰ ਰਸ ਗਾਏ। ਹਾਂ ਦੇਖੋ ਸੱਚੇ ਪਾਤਸ਼ਾਹ ਬਚਨ ਕਰਦੇ, ਪਰਾਇਆ ਹੱਕ ਖਾਣਾ ਉਸ ਮੁਸਲਮਾਨ ਵਾਸਤੇ ਸੂਰ ਤੇ ਦਰਗਾਹ, ਗੁਰਪੀਰ ਹਮ ਤਾਂ ਭਰੇ ਜਾਂ ਮਰਦਾਰ ਨਾ ਖਾਏ। ਇਹ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਹੈ। ਦੇਖੋ ਤਾਂ ਗੁਰੂ ਸਾਹਿਬ ਨੇ ਸਹਾਇਤਾ ਕਰਨੀ ਆ, ਤੇਰਾ ਹੱਕ ਪਰਾਇਆ, ਹੱਕ ਪਰਾਇਆ ਤਾਂ ਪਰਾਇਆ ਧਨ ਸਮਝੋ, ਪਰਾਇਆ ਧਨ ਨੂੰ ਹੱਥ ਵੀ ਨਹੀਂ ਲਾਉਣਾ, ਪਰਾਇਆ ਧਨ ਘਰੇ ਨਹੀਂ ਆਉਣਾ ਚਾਹੀਦਾ। ਇਹ ਵੀ ਤੁਹਾਨੂੰ ਦੱਸਾਂ ਮੈਂ, ਪਰਾਇਆ ਧਨ ਨੂੰ, ਪਰਾਇਆ ਧਨ, ਪਰਾਇਆ ਤਨ, ਪਰਾਇਆ ਅੰਨ, ਸਭ ਇਹ ਚੀਜ਼ਾਂ ਜਿਹੜੀਆਂ ਬਵਰਾਜਤ ਨੇ ਆਪਣੇ ਵਾਸਤੇ। ਔਖੀ ਸਿੱਖੀ ਐਵੇਂ ਨਹੀਂ ਹੈ ਕੰਮ। ਤਾਂ ਕਹਿੰਦੇ ਇਹ ਤਾਂ ਮੁਰਦਾ ਖਾਣ ਆ, ਕਹਿੰਦੇ ਮੁਰਦਾ ਖਾਣ। ਸੰਸਾਰ ਦੀ ਰੀਸ ਨਹੀਂ ਕਰਨੀ ਪਿਆ ਤਾਂ ਇੱਧਰੋਂ ਆ ਗਿਆ ਪੈਸਾ, ਚਲੋ ਵਧੀਆ ਮੌਜ ਆ, ਠੀਕ ਆ। ਗੱਲੀ ਇਸ ਤਰ੍ਹਾਂ ਪਾਈ ਹੈ ਆ, ਦੇਖੋ ਫਿਰ ਕਹਿੰਦੇ ਛੁੱਟੇ ਸੱਚ ਕਮਾਏ, ਸੱਚ ਕਮਾਉਣਾ ਪੈਣਾ। ਗੱਲਾਂ ਨਾਲ ਤੈਨੂੰ ਭਿਸਤ ਨਹੀਂ ਮਿਲਣਾ। ਦੇਖੋ ਕੀ ਪਾਤਸ਼ਾਹ ਸਾਨੂੰ ਦੱਸਦੇ, ਮਾਰਨ ਮੈਂ ਹਰਾਮ ਹੈ ਪੈ, ਹੋਏ ਹਲਾਲ ਨਾ ਜਾਏ। ਜੇ ਕਹੀਏ ਵੀ ਮਾਸ ਬਣਾ ਲਿਆ ਮੈਂ, ਤੇ ਇਹਨੂੰ ਮੈਂ ਨਾ ਗੱਲਾਂ ਨਾਲ ਕੋਈ ਆ ਮਸਾਲੇ ਪਾ ਕੇ ਹਲਾਲ ਦਾ ਬਣਾ ਲੂੰ, ਹੱਕ ਹਲਾਲ ਦਾ ਬਣਾ ਲੂੰ। ਹਰਾਮ ਦਾ ਮਾਲ ਖਰੀਦਿਆ ਹੈ, ਪਰਾਇਆ ਧਨ ਇਕੱਠਿਆ ਕੀਤਾ ਹੈ, ਤੇ ਗੱਲਾਂ ਨਾਲ ਉਹਨੂੰ ਤੂੰ ਗੱਲਾਂ ਨਾਲ ਉਹਨੂੰ ਹਰਾਮ ਹਲਾਲ ਦਾ ਬਣਾਉਣਾ, ਹੱਕ ਦਾ ਬਣਾਉਣਾ, ਹੱਕ ਹਲਾਲ ਦਾ ਨਾ। ਮਾਰੇ ਕਹਿੰਦੇ ਉਹ ਨਹੀਂ ਬਣਨਾ। ਨਾਨਕ ਗੱਲੀ ਕੂੜੀਏ ਕੂੜੋ ਪੱਲੇ ਪਾਏ। ਗੱਲਾਂ ਜਿਹੜੀਆਂ ਕੂੜਦੀਆਂ ਨੇ ਤੇ ਕੂੜ ਹੀ ਤੇਰੇ ਪੱਲੇ ਪੈਣਾ ਹੈ। ਇਹ ਤਾਂ ਸੱਚ ਕਮਾਉਣਾ ਪੈਣਾ, ਤਾਂ ਤੇ ਗੱਲਾਂ ਨਾਲ ਤੂੰ ਭਿਸਤ ਨਹੀਂ ਉੱਪੜ ਜਾਏਗਾ। ਕੂੜ ਦੀਆਂ ਗੱਲਾਂ ਕਰਕੇ ਤੇ ਕਹਦੇ ਮੈਂ ਰੱਬ ਮਿਲ ਜੂ ਹੀ ਨਾ, ਨਹੀਂ ਮਿਲਣਾ ਜਿੰਨਾ ਮਰਜ਼ੀ। ਜੋਗੀ ਨੂੰ ਉਪਦੇਸ਼ ਦਿੰਦੇ ਆ, ਗੱਲੀ ਜੋਗ ਨਾ ਹੋਈ, ਇੱਕ ਦ੍ਰਿਸ਼ਟ ਕਰ ਸ਼ਮਸਰ ਜਾਣੇ ਜੋਗੀ ਕਹੀਐ ਸੋਈ। ਜੋਗੀ ਹੁੰਦਾ ਮਿਲਾਪ ਦਾ ਨਾਮ, ਜੋ ਰੱਬ ਨਾਲ ਮਿਲਾਪ, ਗੱਲਾਂ ਨਾਲ ਮਿਲਾਪ ਨਹੀਂ ਹੋਣਾ। ਕਹਿੰਦੇ ਇਹ ਨਹੀਂ ਵੀ ਜੋਗੀ ਬਣਨ ਨੂੰ ਧਿਆਨ ਚਲੇ ਜਾਣਾ। ਅਸੀਂ ਜੋਗੀ ਹਾਂ, ਅਸੀਂ ਉਹਦੇ ਜੋਗੀ ਪੁਰਖਾਂ, ਅਸੀਂ ਮਿਲਾਪ ਹਾਸਲ ਕਰਨਾ ਹੈ। ਸਾਡੀ ਨਿਗਾਹ ਹੁਣ ਇਸੇ ਸ਼ਬਦ ਵਿੱਚ ਅਖੀਰ 'ਚ ਹੈ ਬਈ ਸਾਰੇ ਥਾਂ ਰੱਬ ਦਿਸਣ ਲੱਗਣਾ ਹੈ। ਇਹ ਦਰਸ਼ਨ ਦਿਦਾਰੇ ਵੀ ਹੋਣੇ ਆ। ਜਦੋਂ ਦਰਸ਼ਨ ਦਿਦਾਰੇ ਹੋ ਗਏ, 10ਵਾਂ ਦੌਰ ਖੁੱਲ੍ਹ ਗਿਆ, ਅਤੇ ਉਦੋਂ ਸਾਨੂੰ ਸਾਰੇ ਰੱਬ ਦਿਸਣਾ ਹੈ। ਇਹ ਆ ਅਖੀਰਲੀ ਲਾਈਨ, ਇਹ ਬਦ ਨਾਨਕ ਹਰ ਨੈਣ ਅਲੋਏ, ਸਾਰੇ ਥਾਈਂ ਅੱਖਾਂ ਨਾਲ ਦਿਸੂਗਾ। ਪਹਿਲਾਂ ਮਾਰਸ਼ ਜਿਹੜੀ ਆਹ ਦੱਸਦੇ ਆ ਪਾਤਸ਼ਾਹ ਵੀ ਜਿਹੜੀ ਇੱਕ ਤਾਂ ਸਾਨੂੰ ਕਹਿੰਦੇ ਵੀ ਦਰਸ਼ਨਾਂ ਦੇ ਕਾਰਨ, ਇਹ ਸ਼ਬਦ ਵਿੱਚ ਹੈ ਦਰਸ਼ਨਾਂ ਕਾਰਨ ਮੈਂ ਸਾਰੇ ਥਾਈਂ ਧੱਕੇ ਖਾਧੇ। ਜਿੰਨੇ ਕਰਮ ਕਾਂਡ ਕੀਤੇ ਆ ਸਭ ਕੀਤੇ ਦਰਸ਼ਨਾਂ ਦੀ ਖਾਤਰ। ਉਹ ਦਰਸ਼ਨਾਂ ਦੀ ਖਾਤਰ ਹੀ ਤੁਰੀ ਫਿਰਦੀ ਹੈ ਦੁਨੀਆ, ਵੀ ਸਾਨੂੰ ਗੁਰੂ ਸਾਹਿਬ ਦਾ ਗਿਆਨ ਹੋ ਜੇ, ਗੁਰੂ ਸਾਹਿਬ ਦਾ ਪ੍ਰੇਮ ਪੈ ਜੇ, ਤਾਂ ਕਰਦੀ ਫਿਰਦੀ ਹੈ ਦੁਨੀਆ। ਸਾਰੇ ਸਾਧਨ ਕਰਮ ਕਾਂਡ ਕਰਦੀ ਕਿ ਪਾਤਸ਼ਾਹ ਕਹਿੰਦੇ ਇਹਦੇ ਨਾਲ ਨਾ ਤਾਂ ਗਿਆਨ ਹੋਣਾ ਹੈ, ਨਾ ਧਿਆਨ ਜੁੜਨਾ, ਨਾ ਪ੍ਰੇਮ ਪੈਣਾ। ਗੁਰੂ ਤੋਂ ਬਿਨਾਂ ਤੇ ਤਿੰਨੇ ਚੀਜ਼ਾਂ ਨਹੀਂ ਹੋਣੀਆਂ, ਚਾਹੇ ਕੁਛ ਲਾ ਲਾ। ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾੜ। ਆ ਦੇਖੋ ਇੱਕੋ ਵਾਹਿਗੁਰੂ ਹੈ ਜਿਹਨੂੰ ਸਿਮਰਦੇ ਆ, ਅਤੇ ਹੋਰ ਸਾਰੇ ਰਾਮ ਵਰਗੇ ਧੂੜ ਨੇ। ਕੀਤੀਆਂ ਕੰਨ ਕਹਾਣੀਆਂ, ਕੀਤੇ ਵੇਦ ਵਿਚਾਰ, ਨਿਸ਼ਕ੍ਰਿਸ਼ਨ ਵਰਗੇ ਵੇਦ ਵਿਚਾਰ ਸਭ ਐਵੇਂ ਹੀ ਆ। ਇਹਨਾਂ ਨਾਲ ਗਿਆਨ ਨਹੀਂ ਪ੍ਰਾਪਤ ਹੋਣਾ। ਇਹਨਾਂ ਨਾਲ ਦੁਨੀਆ ਤਾਂ ਕਰਦੀ ਆ ਨਾ ਸਾਧਨ ਕਰਮ ਕਾਂਡ। ਕੀਤੇ ਨੱਚੇ ਮੰਗਤੇ ਗਿੜਮਿਲ ਪੂਰਾ, ਤਾਂ ਰੱਬ ਨੂੰ ਮਿਲਣ ਲਈ
ਮੰਗਤੇ ਬਣ ਕੇ ਨੱਚਦੀ ਫਿਰਦੀ ਹੈ ਦੁਨੀਆ। ਗਿਣਮਿਣ ਪੂਰਾ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ, ਬਾਜ਼ਾਰਾਂ 'ਚ ਵੀ ਨੱਚਦੇ ਦੇਖੋਗੇ ਤੁਸੀਂ, ਕਈ ਭੀਖ ਬਣਾਏ ਹੁੰਦੇ ਆ। ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ, ਕਈ ਡਰਾਮੇ ਕਰਦੇ ਆ। ਅੰਦਰੋਂ ਨਿਸ਼ਾਨਾ ਤਾਂ ਇਹੀ ਹੈ ਵੀ ਰੱਬ ਵੱਲ ਨੂੰ ਕਰਦੇ ਹਾਂ ਜੀ ਅਸੀਂ। ਸਾਨੂੰ ਰੱਬ ਦਾ ਪ੍ਰੇਮ ਪੈ ਜੇ, ਰੱਬ ਦਾ ਗਿਆਨ ਹੋ ਜੇ। ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਨਾਲ ਕਿਸੇ ਨਾਲ ਨਹੀਂ ਹੋਣਾ। ਗਿਆਨ ਨਾਲ ਗੱਲੀ ਢੂੰਡੀਏ ਕਥਨਾ ਕਾਢਾ ਸਾਰ। ਲੋਹੇ ਨੂੰ ਚੱਬਣ ਵਾਲੀ ਗੱਲ ਹੈ। ਬਹੁਤ ਕਥਨਾ ਗਿਆਨ, ਅਸਲੀ ਗਿਆਨ ਜਿਹੜਾ ਸੱਚਾ ਗਿਆਨ ਆ ਜਿਹੜਾ, ਉਹ ਧਿਆਨ ਵਿੱਚੋਂ ਕਿਉਂ ਸੂਖਸ਼ਮ ਗਿਆਨ ਅਸਲੀ ਆ ਗਿਆਨ। ਆਖਰੀ ਗਿਆਨ ਨਾ ਨਹੀਂ ਕੋ ਬਣਨਾ। ਪਿੱਛੇ ਸਾਰੇ ਬੁਝਾਰਤ ਬੁੱਝਣੀ ਹੈ ਅਤੇ ਅਨੁਭਵ ਜਿਹਨੂੰ ਕਹਿੰਦੇ ਆ ਜਾਂ ਬੁੱਝਣਾ ਕਹਿੰਦੇ ਆ ਮਹਾਰਾਜ ਇਹ ਲਫ਼ਜ਼। ਹੁਣ ਉਹ ਇਨਸਾਨ ਹੀ ਅੰਦਰੋਂ ਉਸੇ ਨੂੰ ਹੀ ਪਤਾ ਹੈ ਵੀ ਮੈਨੂੰ ਆਹ ਚੀਜ਼ ਦੀ ਸਮਝ ਲੱਗ ਗਈ, ਖੁਸ਼ੀ ਚੜ੍ਹਦੀ ਅੰਦਰੋਂ। ਜਦੋਂ ਨਾ ਇਹ ਸੱਚੇ ਪਾਤਸ਼ਾਹ ਦੀ ਨਾ ਪਹਿਲੀ ਤੋਂ ਲਾ ਕੇ, ਜਿਵੇਂ ਆਪਣੀ ਪਹਿਲੀ ਜਮਾਤ ਹੁੰਦੀ ਹੈ ਤੋਂ ਲੈ ਕੇ PhD ਤੱਕ ਪੜ੍ਹਾਈ ਹੁੰਦੀ ਆ, ਉਸੇ ਤਰ੍ਹਾਂ ਸਤਿਗੁਰ ਦੀ ਪੜ੍ਹਾਈ ਆ। ਪਹਿਲੀ ਤੋਂ ਲੈ ਕੇ ਸਾਨੂੰ ਗੁਰਬਾਣੀ ਦੀ ਪਹਿਲੀ ਵਾਲੇ ਨੂੰ ਪਹਿਲੀ ਦੀ ਸਮਝ ਲੱਗੂ, ਪੰਜਵੀਂ ਵਾਲੇ ਨੂੰ ਪੰਜਵੀਂ ਦੀ ਸਮਝ ਲੱਗੂ ਜੇ ਅਵਸਥਾ ਆਪਦੀ ਦੇਖਣੀ ਹੋਵੇ, ਅਤੇ 10ਵੀਂ ਵਾਲੇ ਨੂੰ 10ਵੀਂ, PhD ਵਾਲੇ ਨੂੰ, ਸੱਚਖੰਡ ਦੀ ਅਵਸਥਾ ਵਾਲੇ ਨੂੰ ਸੱਚਖੰਡ ਦੀ ਸਮਝ ਲੱਗੂ। ਪ੍ਰੇਮ ਜਿਹਦਾ ਪੈ ਗਿਆ ਉਹਨੂੰ ਪ੍ਰੇਮ ਦੀ ਸਮਝ ਲੱਗੂਗੀ। ਜਿਹਦੇ ਆਹਨਤ ਚੱਲਣ ਲੱਗ ਗਿਆ ਉਹਨੂੰ ਆਹਨਤ ਦੀ ਸਮਝ, ਉਦੋਂ ਖੁਸ਼ੀ ਚੜੂ ਉਹਨੂੰ। ਵੇ ਸੱਚੇ ਪਾਤਸ਼ਾਹ ਉੱਥੇ ਤਾਂ ਮੈਂ ਅੱਗੇ ਬਾਜੇ 5 ਸ਼ਬਦ ਕਹੀਦਾ ਸੀ, ਆਹਨਤ ਬਾਜੇ ਕਹੀ ਜਾਂਦਾ ਸੀ, ਉਦੋਂ ਮੈਂ ਐਵੇਂ ਰੱਟੇ ਲਾਏ ਆਹਨਤ ਇਹ ਸਾਰਾ ਪ੍ਰੈਕਟੀਕਲ ਆ। ਜਿਉਂ ਤੁਹਾਡੀ ਅਵਸਥਾ ਉੱਚੀ ਹੁੰਦੀ ਜਾਊ ਤਿਉਂ ਸਾਨੂੰ ਅੰਦਰੋਂ ਉਸ ਲਾਈਨਾਂ ਦੇ ਹਜੇ ਬਹੁਤ ਹੋਊ। ਸਹਿਜ ਅਵਸਥਾ ਦੀ ਸਹਿਜ ਕਹਿ ਦਿੰਦੇ ਆ, ਸਹਿਜ ਆਊਗਾ ਜਦੋਂ, ਉਦੋਂ ਸਮਝ ਸਹਿਜ ਦੀ ਲੱਗਣੀ ਆ। ਜਦੋਂ ਰੱਬ ਵਰਗਾ ਸੁਭਾਅ ਬਣ ਗਿਆ, ਗੁਰੂ ਨਾਨਕ ਵਰਗਾ ਸੁਭਾਅ ਬਣ ਗਿਆ, ਉਦੋਂ ਸੱਚਖੰਡ ਦੀ ਸਮਝ ਲੱਗਣੀ ਆ। ਉਦੋਂ ਸੱਚਖੰਡ ਦੇ ਵਿੱਚ ਭਾਵਨਾ ਨੇ। ਅਤੇ ਜਦੋਂ ਹੁਣ ਸਾਨੂੰ ਰੱਬ ਦੇ ਪੁੱਤ ਨੂੰ ਰੱਬ ਵਰਗਾ ਹੀ ਬਣਾਉਣਾ ਚਾਹੁੰਦਾ ਉਹ ਮੁੜ ਕੇ, ਅਤੇ ਉਹ ਬਣਾਉਣਾ ਵੀ ਪਾਤਸ਼ਾਹ ਕਿਰਪਾ ਕਰਦੇ ਨੇ, ਆਪ ਦੀ ਬਖਸ਼ਿਸ਼ ਵੀ ਕਰਦੇ ਆ, ਅਤੇ ਹੌਲੀ ਹੌਲੀ ਸ਼ਬਦ ਨਾਲ ਪ੍ਰੇਮ ਵੀ ਪਵਾਈ ਜਾਂਦੇ ਆ, ਸ਼ਬਦ ਨੂੰ ਅੰਦਰੋਂ ਵੀ ਵਸਾਈ ਜਾਂਦੇ ਆ। ਮਹਾਰਾਜ ਜੀ ਨੂੰ ਮੈਂ ਪਹਿਲੀ ਲਾਈਨ ਕਹੇ, ਨਾਨਕ ਆਇਆ ਸੋ ਪ੍ਰਵਾਨ ਹੈ ਜਿਤ ਹਰ ਮੁੱਠਾ ਚਿੱਤ, ਜਿਹਦੇ ਅੰਦਰ ਚਿੱਤ 'ਚ ਵਸ ਜੇ ਵਾਹਿਗੁਰੂ। ਨਹੀਂ ਤਾਂ ਗੱਲਾਂ ਅਲਪ ਲਾਲੀਆਂ ਐਵੇਂ ਨੇ ਗੱਲਾਂ ਫੋਕੀਆਂ, ਕੰਮ ਨਾ ਆਵੇ ਮਿੱਤ ਕਿਸੇ ਕੰਮ ਨਹੀਂ ਆਉਣੀਆਂ ਹੋਰ ਸਾਰੀਆਂ ਗੱਲਾਂ। ਜਿੰਨਾ ਚਿਰ ਵਾਹਿਗੁਰੂ ਚਿੱਤ 'ਚ ਨਹੀਂ ਵਸਦਾ, ਸਾਡੇ ਹਿਰਦੇ 'ਚ ਨਹੀਂ ਵਸਦਾ, ਹਿਰਦੇ 'ਚ ਨਹੀਂ ਵਸਦਾ, ਸਾਨੂੰ ਉਹਨਾਂ ਚਿਰ ਅੰਦਰੋਂ ਨਾ ਉੱਥੇ ਮਾਇਆ ਅਤੇ ਹਉਮੈ ਦੋ ਬੈਠੀਆਂ ਨੇ, ਉਹ ਅੰਦਰੋਂ ਨਿਕਲਣੀਆਂ ਤਾਂ ਬਸਣਾ। ਇਹ ਵੀ ਨਹੀਂ ਵੀ ਉਹ ਵੀ ਜੀ ਸਾਡੇ ਬਸ ਜੂ ਜੀ, ਨਾ ਪਹਿਲਾਂ ਉਹ ਨਿਕਲਣੀਆਂ, ਉਹ ਘਟਦੀਆਂ ਜਾਣੀਆਂ। ਬਹੁਤੀ ਹੋਂ ਕਰਨੋਂ ਹਟ ਜਾਂਦਾ ਬੰਦਾ, ਕਹਿੰਦਾ ਸਤਿਗੁਰ ਸਾਰੀ ਤੇਰੀ ਕਿਰਪਾ, ਸਾਰੀ ਤੇਰੀ ਕਿਰਪਾ, ਇਹੋ ਹੀ ਕਰੀ ਜਾਂਦਾ। ਉਹ ਆ ਕਿਉਂ ਵਾਹਿਗੁਰੂ ਕਹਿਣਾ ਵੀ ਤੂੰ ਹੀ ਕਹਿਣਾ, ਤੂੰ ਹੀ, ਕਿ ਉਹ ਤੂੰ ਕਰਦਾ ਤਾਂ ਹੀ ਤੂੰ ਹੋਵਾਂਗੇ। ਮੈਂ ਘਟੂਗੀ, ਮੈਂ ਜਿਹੜੀ ਹੈ ਇਹ ਸਾਡੇ ਨੂੰ ਵਿਛੋੜਨ ਵਾਲੀ ਹੈ, ਇਹ ਸਾਡੀ ਹਸਤੀ ਅੱਡ ਕਾਇਮ ਕਰਨ ਵਾਲੀ ਹੈ। ਦੇਖੋ ਕਿ ਮੈਂ ਇਹਨੂੰ ਵਧਾਉਂਦੇ ਤਾਂ ਨਹੀਂ, ਮੈਂ ਮੇਰੀ ਨੂੰ ਵਧਾਉਂਦੇ ਤਾਂ ਨਹੀਂ। ਇੱਧਰ ਵੀ ਵੱਧਦੀ ਆ, ਧਾਰਮਿਕ ਪਾਸੇ ਵੀ, ਇਹ ਵੀ ਨਾ ਸਮਝੋ ਵੀ ਕਿਤੇ ਉੱਧਰ ਕੱਲੀ ਆ ਗੱਲ ਦੀ, ਇੱਧਰ ਵੀ ਵੱਧਦੀ ਆ। ਮੈਨੂੰ ਗਿਆਨ ਹੋ ਗਿਆ, ਮੈਂ ਬਾਣੀ ਪੜ੍ਹਦਾ, ਮੈਂ ਇੰਨਾ ਨਾਮ ਜਪਦਾ, ਮੈਂ ਇੰਨੀ ਸੁਰਤੀ ਲਾਉਣਾ, ਮੈਂ ਇਹ ਕੱਲ੍ਹ ਨੂੰ ਵਿਚਾਰ ਕਰਾਂਗੇ ਆਪਾਂ। ਆਪਣਾ ਵਿਸ਼ਾ ਹਜੇ ਉਹੀ ਹੈ ਗੱਲਾਂ ਵਾਲਾ, ਵੀ ਗੱਲਾਂ ਨਾਲ ਰੱਬ ਨਹੀਂ ਮਿਲਣਾ। ਇਹ ਸੋਹਿਲਾ ਸ਼ਬਦ ਸੁਹਾਵਾ ਆ, ਦੇਖੋ ਕੀ ਕਹਿੰਦੇ ਮਹਾਰਾਜ ਆਨੰਦ ਸਾਹਿਬ, ਇੰਨੇ ਸੌਖੀ ਬਾਣੀ ਆ ਨਾਲੇ। ਇਹ ਸੋਹਿਲਾ ਸ਼ਬਦ ਸੁਹਾਵਾ ਕਿਹੜਾ? ਸਿਫਤ ਸਲਾਹ ਦਾ ਕੀਰਤਨ ਜਾਂ ਗੁਰਬਾਣੀ ਜਿਹੜੀ ਆ, ਬਾਣੀ ਆ, ਬਚਨ ਜਿਹੜੇ ਸ਼ਬਦ ਸੁਹਾਵਾ ਬੜਾ ਸੋਹਣਾ ਹੈ। ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਮੈਨੂੰ ਗੁਰੂ ਨਾਨਕ ਨੇ ਸੁਣਾਇਆ। ਗੁਰਮੰਤਰ
शब्द सोहला आके गुरमंतर है सतगुरु सुनाए, ये तिनके मन बसया जिन धुरों लिखिया आया। आ देखो की कह रहे, एक एक लाइन ते रोकना है, एक एक लाइन पढ़ के अंदर बसाओ। शब्द सुहावा सदा सोहला सतगुरु, ये तिनके मन बसया जिन धुरों लिखिया आया। गां भी लाई ने गल्लां ना, गल्लां हैगी, गल्लां वाली गल है एक। ये सोहला शब्द सुहावा शब्दो सुहावा सारा सो सतगुर तन के मन बसे। एक फिरे घनेरे करे गल्लां, गल्ली किने ना पाया। मैं उत्थे लियाउणा शब्द, गल्लां बहुत करदे, शब्द नाल नहीं जुड़दे, अंदर नहीं बसदा। गल्ली किने ना पाया, कहना शब्द सोहला सतगुरु सुनाया। देखो पातशाह सानू मत दिंदे, ये सारी मत मारे दे रहे, सानू मुड़ मुड़ के बार बार समझाउंदे आ बई तू बहुता गल्लना करनों हट जा, बहुता बाबा बोलना क्या कही है, फिर बोलिए ना। देखो की कहंदे आ पातशाह, बोलना है जैसे राम नाम रब रहीए। पहला तो वाहिगुरू वाहिगुरू शब्द दे विच ही जुड़िया रह, कहंदे संत जना मिल सुनिया कही है। जे तो गुरमुख प्यारा है तो गल कर, विचार कर, शब्द ही विचार कर, वो बहुत सोहना है, सुन भी ओदी ते गल भी कर ओदी। मिले असंत मस्त हो रही है, जे मनमुख है ना वो तो परे हो जाए। आ देखो हुक्म आप मानते हैं, तो मनमुख को कन्न ला के बह जाने, अभी तो सब फोन की चुगलियां करते हैं। आ देखो महाराज की कहते, जिस के अंदर तात पराई होवे तिसदा कदे ना होवे भला। तात पराई भी ईरखा भी कढ़नी आ, जिन्ने चिर विचार नहीं आई ईरखा आई जानी आ। ईरखा होर नहीं तो गुरमुखा नाल ही ईरखा हो जाती है। छड्डो परे मानमुख तक की है, दूए ने ईरखा ओ गल क्यों कर गया, ऐ क्यों कर गया, ऐ ही शुरू हो जाती। ਉਹਦੇ आखे कोई ना लगे, दे तो अजाड़ी पकारे खड़ा। गुरु साहब के की हुक्म ने, ਉਹਦੇ ਕੋਈ ਉਹਦਾ ਐਵੇਂ ਹੀ ਆਖਿਆ ਜਾਂਦਾ, ਐ ਵੀ बोल के तुर ਜਾਂਦਾ। जिस दे अंदर चुगली चुगलो बच्चे कीता करता, ਉਹਦਾ सब बिरथा गया। 2-2 साल नाम जपदे ਨੂੰ हो गए, एक चुगली कर दी, काम खत्म। लो कर ला सिमरन, ये हुक्म मनने आ, कीता करता सब बिरथा गया। नित चुगली करे अणहोंदी पराई, मुंह कढ़ ना सके काला भया। पराई चुगली करने वाले का मुंह काला करके ले जाना। ये इत्थे तो नहीं काला करता, इत्थे तो अगला कहना मेरा तो मुंह चिट्टा है। कर्म धरती शरीर कलयुग, आ देखो ध्यान रखो, यह शरीर जिहड़ा जिस ना कर्म जिहो जिहा बीजांगे, शरीर कर्म धरती शरीर कलयुग, जिहा को बीजे तिहा को पाए। जिहा जा बीजांगे उह जा फल मिलना। देख लो गल्लां उपर तबावस ना होगी, बिस खाधी तत्काल मर जाए। फिर गल्लां की गल कर रहा मैं तेन, गल्लां नाल भगती नहीं होनी। क्यों इधर तो जहर खाई जाना है, तो ਉਹਦੇ ਨਾਲ तो जहर ਨਾਲ मर जाईदा है। तू भगती कर लगा है, चुगलियां कर ला, कहता है आई वेखो न्याओ करते का, जेहा कोई करे तेहा कोई पाए। अगे जाके ना अगला जी ये धर्मराज को भाया है, जमदूत क्यों कुटणगे, ये तेरा कीता है। बंदा जो कुछ करता होना, इतों मोह ना तोड़िया, तो मोह ने सानू सताउणा जाके, तो जमदूत ने घुट के मोह लाउणा। जे नहीं लावांगे ना लाइए। जब नानक को सब सोझी पई, हर दर कीआं बातां आख सुणावे। ये सानू समझाउंदे है तो आप मालक सी दुनिया के, दरगाह के मालक ने आप। कहते मैनू सोझी पई आ भी चुगली वाले ना आ हाल होंदा, देख ला
ਮੈਨੂੰ ਸੋਝੀ ਪਈ ਆ, ਇਹ ਨਾ ਸਮਝੀ ਵੀ ਗੱਲਾਂ ਨਾਲ ਮੇਰਾ ਕੰਮ, ਚੁਗਲੀਆਂ ਕਰਕੇ ਹੀ ਕੰਮ ਬਣ ਜੂਗਾ। ਇਹ ਤਾਂ ਜ਼ਹਿਰ ਖਾ ਲਈ ਤੂੰ, ਮਰ ਜਾਏਗਾ ਤੂੰ, ਜਿਹਾ ਕਰੇਗਾ ਉਹ ਜਿਹਾ ਪਾਏਗਾ ਤੂੰ। ਉਹ ਤਾਂ ਚੁਗਲੀਆਂ ਕਰਨ ਗਿਆ ਸੀ। ਨਿੰਦਕ ਲਾਇਤਵਾਰ ਮਿਟੇ ਹਟਵਾਣੀਆਂ, ਇੱਥੇ ਹੱਥ ਕੜੀ ਲਿਆ ਕੇ ਲਿਜਾਣਾ। ਲਾਇਤਵਾਰੀ ਹੁੰਦੀ ਹੈ ਚੁਗਲੀ ਕਰਨੀ, ਹੱਥ ਕੜੀ ਲਾ ਕੇ ਲਿਜਾਣਾ ਬੰਦੇ ਨੂੰ। ਇਹ ਵੀ ਆਪਾਂ ਨੂੰ ਥੋੜ੍ਹਾ ਜਿਹਾ ਡਰ ਪਵੇ ਗੱਲ ਆ, ਤੇ ਅਸੀਂ ਗੱਲਾਂ ਨਾਲ ਹੀ ਚੁਗਲੀਆਂ ਕਰੀ ਜਾਂਦੇ। ਚੁਗਲੀ ਕਰਨੀ ਫੋਨ ਤੇ ਖਾਸ ਕਰਕੇ ਕਿਸੇ ਦੀ ਸੁਣਨੀ ਵੀ ਬੜੀ ਔਖੀ ਆ, ਸੁਣਨੀ ਵੀ ਨਹੀਂ ਹੈ। ਜਿਹਨੇ ਰੱਬ ਪਾਉਣਾ ਉਹਨੂੰ ਤਾਂ ਮਾਰੇ ਜਾ ਤੇ ਆਹੀ ਗੱਲ ਕਹਿੰਦੇ ਆ, ਬਹੁਤ ਨਹੀਂ ਬੋਲਣਾ। ਅੱਜ ਇਹ ਉਪਦੇਸ਼ ਲੈ ਕੇ ਜਾਣਾ, ਨਿਤ ਜਿਹੜੀ ਸੰਗਤ ਹੁੰਦੀ ਹੈ ਗੁਰੂ ਸਾਹਿਬ ਸੰਗਤ ਦੇ ਵਿੱਚ ਆਪਾਂ ਨੂੰ ਸੋਝੀ ਦਿੰਦੇ ਆ। ਇਹ ਸਮਾਂ ਮੁੜ ਕੇ ਨਹੀਂ ਆਉਣਾ ਜ਼ਿੰਦਗੀ 'ਚ, ਜਿਹੜਾ ਹੁਣ ਬੈਠੇ ਆ ਨਾ ਆਉਣਾ ਮੁੜ ਕੇ। ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਗੋਦੀ ਹੈ। ਬਹੁਤ ਕਿਰਪਾ ਮਹਾਰਾਜ ਦੀ, ਅੰਦਰ ਸੱਚਾ ਨਿਉ ਜਿਹਨੇ ਮਹਾਰਾਜ ਨੇ ਲਾਇਆ ਸਾਡੇ ਅੰਦਰ, ਲਾਇਆ ਪ੍ਰੀਤਮ ਆਪਣੇ। ਇਹ ਅਸੀਂ ਨਹੀਂ ਲਾਇਆ, ਆਪ ਸੱਚੇ ਪਾਤਸ਼ਾਹ ਨੇ ਸਾਨੂੰ ਪ੍ਰੇਮ ਪਦਾਰਥ ਦੀ ਦਾਤ ਦਿੱਤੀ ਹੈ, ਨਾਮ ਦੀ ਦਾਤ ਦਿੱਤੀ ਹੈ। ਪ੍ਰੇਮ ਕਰਵਾ ਰਹੇ ਨੇ ਤੇ ਆਪ ਕਰ ਰਹੇ ਆ, ਦੋਵੇਂ ਕੁਛ ਹੋ ਰਿਹਾ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਅੰਦਰ ਸੱਚਾ ਨਿਉ ਲਾਉਣਾ ਹੈ। ਜਿੰਨਾ ਜੇ ਸੱਚਾ ਨਿਉ ਨਹੀਂ ਲੱਗਦਾ ਉਹਨਾਂ 'ਚ ਰੱਬ ਨਹੀਂ ਮਿਲਣਾ। ਨਿਉ ਹੌਲੀ ਹੌਲੀ ਕਿਹਦੇ ਨਾਲ ਆਉਣਾ ਹੈ? ਨਾਮ ਸ਼ਬਦ ਨਾਲ ਜੁੜਿਆ। ਸੱਚਾ ਨਿਉ ਜੁੜਨਾ, ਹੋਰ ਕਿਵੇਂ ਆ ਕਿਉਂ ਆ? ਸੱਚਾ ਨਿਉ ਸਾਡਾ ਸਾਰੀਆਂ ਚੀਜ਼ਾਂ ਨੂੰ ਟੁੱਟ ਜਾਣਾ, ਇਹੋ ਜਿਹਾ ਨਿਉ ਆ। ਉਹ ਤਾਂ ਟੁੱਟਿਆ ਹੋਇਆ ਅੱਗੇ ਪ੍ਰੇਮ ਤਾਂ ਉਸੇ ਨਾਲ ਹੀ ਪ੍ਰੇਮ ਟੁੱਟ ਕੇ ਹੁਣ ਦੂਜੀਆਂ ਚੀਜ਼ਾਂ ਨਾਲ ਪਾਇਆ, ਪਰ ਮਿਲਦਾ ਕੱਖ ਨਹੀਂ। ਹਰ ਚੀਜ਼ ਧੋਖਾ ਦੇ ਜਾਂਦੀ ਹੈ, ਹਰ ਚੀਜ਼ ਧੋਖਾ ਦੇ ਜਾਂਦੀ ਆ। ਚਲੋ ਵਿਚਾਰ ਇੱਥੇ ਸਮਾਂ ਹੋ ਗਿਆ ਕਹਿੰਦੇ, ਆਪਾਂ ਫੇਰ ਕੱਲ੍ਹ ਨੂੰ ਇੱਥੇ ਹੀ ਕੁਛ ਵਿਚਾਰ ਕਰਾਂਗੇ। ਬਾਕੀ ਮਹਾਰਾਜ ਦੀ ਕਿਰਪਾ ਜਿਵੇਂ ਸੱਚੇ ਪਾਤਸ਼ਾਹ ਖਵਾਊ। ਆਪਾਂ ਨੂੰ ਸ਼ਬਦ ਦੀ ਵਿਚਾਰ ਮਾੜੀ ਜੀ ਹੋਰ ਉਹਦੀ ਸਬਜ਼ੀ ਸਮਝ ਆ ਜੇ ਬਈ ਮੈਂ ਦਰਸ਼ਨ ਕਾਰਨ ਗਲੀ ਗਲੀ ਢੂੰਡਦੀ ਫਿਰਦੀ ਰਹੀ, ਉਹ ਵਿੱਚੇ ਰਹਿ ਗਿਆ ਕੰਮ ਆਪਣਾ। ਗਿਆ ਨਾ ਗੱਲੀ ਡੂਡੀਏ ਕਥਰਾਂ ਕਾਂਡਾ ਸਾਰ, ਕਰਮ ਮਿਲੇ ਤਾਂ ਪਾਈਐ ਹੋਰ ਹਕਮਤ ਹੁਜਤ ਖੁਆਰ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਬਖਸ਼ਿਸ਼ ਹੋਵੇ, ਨਹੀਂ ਤਾਂ ਚਲਾਕੀਆਂ ਨਾਲ ਆਪਦੇ ਜ਼ੋਰਾਂ ਨਾਲ ਨਹੀਂ ਰੱਬ ਮਿਲਣਾ, ਗਿਆਨ ਨਹੀਂ ਮਿਲਣਾ। ਗੱਲੀ ਜੇ ਸ਼ੋਅ ਪਾਈਏ ਤਾਂ ਤੋਤਾ ਕਿਉਂ ਫਾਸੇ, ਜੇ ਗੱਲਾਂ ਨਾਲ ਤਾਂ ਤੋਤਾ ਕਿਉਂ ਫਸੇ ਪਿੰਜਰੇ 'ਚ? ਉਹ ਤਾਂ ਗੱਲਾਂ ਬਹੁਤ ਕਰਦਾ, ਉਹ ਤਾਂ ਸਗੋਂ ਆਪਦੇ ਜਾਲ ਪੁਣ ਲੈਂਦਾ। ਮਹਾਰਾਜ ਦੇ ਸਾਰੇ ਉਪਦੇਸ਼ ਦਿੱਤੇ। ਫਿਰ ਆਪਾਂ ਕੱਲ੍ਹ ਨੂੰ ਵਿਚਾਰ ਇਹ ਦੁਗਾਂ ਸ਼ੁਰੂ ਕਰਾਂਗੇ। ਨਾਲੇ ਆਪਣੀ ਇੱਕ ਵਿਚਾਰ ਅਗਲੀ ਜਿਹੜੀ ਹੈ ਬਹੁਤ ਉੱਚੀ ਜਿਹੜੀ ਹੈ ਉਹ ਆਪਾਂ ਸ਼ੁਰੂ ਕਰਨੀ ਆ, ਜਿਹੜੀ ਬਹੁਤ ਉੱਚੀ ਹੈ। ਨਾਲ ਭਗਤੀ ਦੀ ਗੱਲ ਹੈ, ਨਾਲ ਜਿੰਨੀ ਕਿ ਸੱਚੇ ਪਾਤਸ਼ਾਹ ਖਵਾਉਣਗੇ ਕਿਰਪਾ ਕਰਨੇ। ਬਟ ਗੱਲ ਆ ਸਾਰਿਆਂ ਤੋਂ ਵੱਡੀ ਵਿਚਾਰ ਵਾਲੀ, ਆਪਣੀ ਹੌਲੀ ਹੌਲੀ ਸੱਚੇ ਪਾਤਸ਼ਾਹ ਵੱਖਰੀ ਹਸਤੀ ਮੇਟਣੀ ਆ। ਜਿਹੜੀ ਬਣਾਈ ਬੈਠੇ ਆ ਉਹ ਵੱਖਰੀ ਹਸਤੀ ਮੇਟਣੀ ਆ। ਉਹ ਕਿਵੇਂ ਮਿਟਦੀ ਆ? ਉਹ ਸੱਚੇ ਪਾਤਸ਼ਾਹ ਤੋਂ ਬਗੈਰ ਕੋਈ ਮੇਟ ਨਹੀਂ ਸਕਦਾ। ਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਉਹ ਸੱਚੇ ਪਾਤਸ਼ਾਹ ਨਾਲ ਪ੍ਰੇਮ ਪਊਗਾ ਤਾਂ ਦੂਜੀ ਹਸਤੀ ਆਪਣੀ ਵੱਖਰੀ ਹਸਤੀ ਮਿਟੂਗੀ ਤੇ ਤਾਂ ਗੱਲ ਬਣਨੀ, ਜਿਹੜੀ ਅਸਲੀ ਗੱਲ ਹੈ। ਮਹਾਰਾਜ ਕਿਰਪਾ ਕਰ ਤੇ ਆਪਾਂ ਫਿਰ ਜਿਹੜੀ ਆ ਦੇਖੋ ਹੁਣ ਕੀ ਗਿਆ, ਗੁਰ ਭਰਮ ਗਵਾਇਆ ਹੈ। ਮੇਰਾ ਸਾਰਾ ਭਰਮ ਜਿਹੜਾ ਹੈ ਉਹ ਗੁਰੂ ਨੇ ਗਵਾਇਆ। ਭਰਮ ਦੀ ਸਾਰੀ ਜ਼ਿੰਦਗੀ, ਭਰਮ ਦੀ ਬਹੁਤ ਵੱਡੀ ਸਾਰੀ ਜਿਹੜੀ ਕਥਾ ਭਰਮ ਦੀ ਹੈ। ਜਿੰਨੀ ਵੀ ਮਹਾਰਾਜ ਸਾਨੂੰ ਵਿਚਾਰ ਰਾਹੀਂ ਗਿਆਨ ਰਾਹੀਂ ਦਿੰਦੇ, ਸਾਰਾ ਭਰਮ ਦੂਰ ਕਰਦੇ। ਕਿਉਂ ਭਰਮ ਦੂਰ ਹੋ ਗਿਆ? ਕਹੋ ਕਬੀਰ ਮਨ ਪਿਆ ਆਨੰਦਾ, ਗਿਆ ਭਰਮ ਰਿਹਾ ਪਰਮਾਨੰਦ। ਲਾ ਭਰਮ ਗਿਆ ਤਾਂ ਪਰਮਾਨੰਦ। ਹੁਣ ਭਰਮ ਦੀ ਜ਼ਿੰਦਗੀ ਵਿੱਚੋਂ, ਅੰਨ੍ਹੇਪਣ ਦੀ ਜ਼ਿੰਦਗੀ ਵਿੱਚੋਂ ਗੱਲਾਂ ਨਾਲ ਅੰਨਾਪਣ ਦੂਰ ਨਹੀਂ ਹੋਣਾ ਗੱਲਾਂ ਨਾਲ। ਤੇ ਮਹਾਰਾਜ ਕਿਰਪਾ ਕਰਨ, ਨਹੀਂ ਤਾਂ ਸਾਰਾ ਦਿਨ ਸਾਡੀ ਬੋਲਣ ਤੋਂ ਥੋੜ੍ਹਾ ਜਿਹਾ ਕੰਟਰੋਲ ਕਰਨਾ ਹੈ ਆਪਾਂ ਮਾੜਾ ਜਿਹਾ। ਇਹ ਮਹਾਰਾਜ ਦਾ ਹੁਕਮ ਕੀ ਹੈ? ਬਾਬਾ ਬੋਲੀਏ ਪਤ ਹੋਏ, ਉਤਮ ਸੇ ਦਰ ਉਤਮ ਕਹੀਏ, ਨੀਚ ਕਰਮ ਬਿ ਰੋਏ।
ਬੋਲਣਾ ਉਹ ਚਾਹੀਦਾ ਹੈ ਜਿਹੜਾ ਸਾਰਾ ਦਿਨ ਵਾਹਿਗੁਰੂ ਬੋਲਣਾ ਚਾਹੀਦਾ ਹੈ, ਜਿਹਦੇ ਨਾਲ ਇੱਜ਼ਤ ਰਹੂਗੀ। ਨਹੀਂ ਮਿਲੇ ਸੰਤ ਕੁਛ ਸੁਣੀਏ ਕਹੀਏ, ਉਹਦਾ ਆਪਾਂ ਕੱਲ ਕਰ ਰਹੇ ਸੀ ਤੇ ਉਹਦੀ ਵਿਚਾਰ ਆਪਾਂ ਫਿਰ ਕੱਲ੍ਹ ਨੂੰ ਵਿਚਾਰ ਦੇ ਵਿੱਚ ਮਹਾਰਾਜ ਕਿਰਪਾ ਕਰਨਗੇ, ਆਪਾਂ ਨੂੰ ਸਮਝ ਲੱਗ ਜੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡਾ ਮਾਇਆ ਨਾਲੋਂ ਮੋਹ ਟੁੱਟ ਜਾਏ ਤੇ ਵਾਹਿਗੁਰੂ ਨਾਲ। ਸੱਚੇ ਪਾਤਸ਼ਾਹ ਤੁਸੀਂ ਪ੍ਰੇਮ ਪਿਆਲਾ ਤੁਹਾਡੇ ਹੱਥ ਜਾ ਕੇ ਲਿਖ ਵੀ ਦਿੱਤਾ ਤੁਸੀਂ ਵੀ ਬੁੱਧ ਜਿਹੜੀ ਆ ਮੈਂ ਸਤਿਗੁਰ ਕੋਲੋਂ ਹੀ ਪਾਈ ਆ, ਉਹਦੇ ਕੋਲੋਂ ਹੀ ਮੈਨੂੰ ਇਹ ਵਿਵੇਕ ਬੁੱਧੀ ਮਿਲੀ ਆ। ਤੇ ਮੇਰਾ ਨਾ ਮਸਤਕ ਤੇ ਧੁਰ ਲੇਖ ਲਿਖਿਆ, ਧੁਰ ਮਾਥੇ ਮੇਰੇ ਮੱਥੇ ਤੇ ਲਿਖਿਆ ਸੀ, ਤਾਂ ਵਿਵੇਕ ਬੁੱਧੀ ਹੋਈ। ਤੇ ਹੁਣ ਵਿਵੇਕ ਬੁੱਧੀ ਦੇ ਨਾਲ ਨਾ ਮੈਂ ਜੋ ਨਾਨਕ ਹਰ ਨੈਣ ਲੋਏ, ਮੈਨੂੰ ਸਾਰੇ ਥਾਈਂ ਤੂੰ ਹੀ ਦਿਸਦਾ ਹੈ ਪਾਤਸ਼ਾਹ। ਮਿਹਰ ਕਰ, ਸਵਾਸ ਹਿਰਦੇ 'ਚ ਵਸਾ ਸਾਡੇ ਸੱਚੇ ਪਾਤਸ਼ਾਹ। ਮਿਹਰ ਕਰ, ਸਵਾਸ ਬੰਦਗੀ ਬਖਸ਼, ਸਵਾਸ ਕੋਈ ਸਵਾਸ ਬਿਰਥਾ ਨਾ ਜਾਵੇ ਤੇ ਸਾਰੀਆਂ ਚੀਜ਼ਾਂ ਨੂੰ ਦੂਜੀਆਂ ਨਾਲ ਮੋਹ ਟੁੱਟ ਜਾਏ ਤੇ ਤੁਹਾਡੇ ਨਾਲ ਪ੍ਰੇਮ ਪੈ ਜਾਏ। ਸੱਚੇ ਪਾਤਸ਼ਾਹ ਇਹ ਦਾਤ ਬਖਸ਼ੀ ਰੱਖੋ, ਸਿਰ 'ਤੇ ਮਿਹਰ ਭਰਿਆ ਹੱਥ ਰੱਖੋ, ਤੁਹਾਡੀ ਕਿਰਪਾ ਬਿਨਾਂ ਕੁਛ ਨਹੀਂ ਹੋਣਾ। ਸਾਰੀ ਸੰਗਤ ਦਿਓ ਆਸ਼ੀਰਵਾਦ, ਅੱਖਰ ਵਾਧਾ ਘਾਟਾ ਭੁੱਲ ਚੁੱਕ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।